ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਾਠਕਾਂ ਨੂੰ, ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ। ਮੇਰੇ ਵੱਲੋਂ ਜਾਣੀ ਕਿ ਬੇਅੰਤ ਬਾਜਵਾ ਵੱਲੋਂ, ਵੈਸੇ ਤਾਂ ਸਕਰੀਨ ਤੇ ਤੁਸੀਂ ਨਾਮ ਪੜ੍ਹ ਹੀ ਲਿਆ ਹੋਣਾਗਾ। ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ। ਬਾਪੂ ਅਣਖੀ ਜੀ ਬਾਰੇ ਤਾਂ ਸਭ ਜਾਣਦੇ ਨੇ, ਸਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਤੇ ਸ਼ੁਰੂ ਦੇ ਵਿੱਚ ਮੈਂ ਦੱਸਦਾ ਹੁੰਦਾ, ਰਾਮ ਸਰੂਪ ਅਣਖੀ ਸਾਹਿਤ ਸਭਾ ਜਿਹੜੀ 26 ਜੂਨ 2019 ਦੇ ਵਿੱਚ ਜਿਹੜੀ ਸੰਗਠਿਤ ਕੀਤੀ ਗਈ ਸੀ ਪਿੰਡ ਦੇ ਜਵਾਨਾਂ ਵੱਲੋਂ, ਕਿਉਂਕਿ ਰਾਮ ਸਰੂਪ ਅਣਖੀ ਸਾਹਿਤ ਸਭਾ ਰਾਮ ਸਰੂਪ ਅਣਖੀ ਦੇ ਜੱਦੀ ਪਿੰਡ ਤੋਂ ਚੱਲਦੀ ਆ। ਉਹਨਾਂ ਦੇ ਆਸ ਗੁਆਂਢ ਦੇ ਜਿਹੜੇ ਲੋਕ ਆ, ਉਹਨਾਂ ਦੀ ਵਿਰਾਸਤ ਨੂੰ ਸਾਂਭ ਰਹੇ ਨੇ। ਬਾਪੂ ਜੀ ਨੂੰ, ਉਹਨਾਂ ਦੇ ਪਰਿਵਾਰ ਨੂੰ ਅਸੀਂ ਯਾਦ ਕਰ ਰਹੇ ਹਾਂ। ਜਿਹੜੇ ਜੀ ਸਾਥੋਂ ਵਿਛੜ ਗਏ ਨੇ, ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇਹ ਪਹਿਲਾਂ ਆਪਾਂ ਜਿਵੇਂ ਕਿ ਪਤਾ, ਆਪਾਂ ਅਣਖੀ ਸਾਹਿਬ ਦੇ ਇੱਕ ਪਾਠਕ ਸੀ ਸੋਭਾ ਪਾਟਲ ਜੀ, ਜਿਨ੍ਹਾਂ ਨੇ ਬਾਅਦ ਦੇ ਵਿੱਚ ਅਣਖੀ ਸਾਹਿਬ ਨਾਲ ਜਿਹੜਾ ਸਾਥ ਨਿਭਾਇਆ। ਉਸ ਤੋਂ ਪਹਿਲਾਂ ਮਾਤਾ ਭਾਗਵੰਤੀ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ, ਉਹਨਾਂ ਦੀ ਮੁੱਖ ਕੜੀ ਰਹੇ। ਬੇਸ਼ੱਕ ਉਹ ਕਿਸੇ ਬਿਮਾਰੀ ਕਾਰਨ ਚਲੇ ਗਏ, ਸਾਥੋਂ ਵਿਛੜ ਗਏ, ਪਰ ਉਹਨਾਂ ਨੇ ਇੱਕ ਅਹਿਮ ਭੂਮਿਕਾ ਨਿਭਾ ਕੇ ਅਣਖੀ ਸਾਹਿਬ ਨੂੰ ਇੱਕ ਇਹੋ ਜਿਹੇ ਸਥਾਨ ਤੇ ਲੈ ਆਂਦਾ, ਜਿਸ ਤੋਂ ਬਾਅਦ ਅਣਖੀ ਸਾਹਿਬ ਇੱਕ ਸਾਹਿਤ ਦਾ ਯੁੱਗ ਬਣ ਗਏ। ਉਹਨਾਂ ਨੇ ਬੜਾ ਸਮਰੱਥ ਕੰਮ ਕੀਤਾ ਕਹਾਣੀਆਂ ਦੇ ਵਿੱਚ, ਨਾਵਲਾਂ ਦੇ ਵਿੱਚ। ਤੇ ਕੋਠੇ ਖੜਕ ਸਿੰਘ ਲਈ 1987 ਦੇ ਵਿੱਚ ਸਾਹਿਤਕ ਅਕਾਦਮੀ ਪੁਰਸਕਾਰ ਵੀ ਜਿਹੜਾ ਉਹਨਾਂ ਨੂੰ ਮਿਲਿਆ। ਤੇ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਅਣਖੀ ਸਾਹਿਬ ਦੀ ਕਿ ਉਹਨਾਂ ਨੇ ਨਵੇਂ ਕਹਾਣੀਕਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ। ਦਰਜਨਾਂ ਇਹ ਅਜਿਹੇ ਕਹਾਣੀਕਾਰ ਨੇ ਜਿਨ੍ਹਾਂ ਦੇ ਮੈਂ ਨਾਮ ਲਵਾਂ ਤਾਂ ਲਿਸਟ ਲੰਬੀ ਹੋ ਜਾਊਗੀ। ਜਸਵੀਰ ਰਾਣਾ ਜੀ, ਜਤਿੰਦਰ ਹਾਂ ਜੀ, ਅਨੇਮਨ ਸਿੰਘ, ਬਹੁਤ ਕਹਾਣੀਕਾਰ ਨੇ। ਅਜਿਹੇ ਸਮਰੱਥ ਕਹਾਣੀਕਾਰਾਂ ਦੇ ਵਿੱਚੋਂ ਅੱਜ ਇੱਕ ਸਾਡੇ ਨਾਲ ਬਹੁਤ ਪ੍ਰਮੁੱਖ ਅਦਾਕਾਰ ਤੇ ਕਹਾਣੀਕਾਰ, ਕਿਉਂਕਿ ਅਦਾਕਾਰ ਤਾਂ ਚਲੋ ਦੁਨੀਆ ਸਾਰੀ ਜਾਣਦੀ ਆ ਉਹਨਾਂ ਨੂੰ, ਪਰ ਜਿਹੜਾ ਸਾਡਾ ਮੋਹ ਆ ਉਹ ਸਾਡਾ ਸਾਹਿਤਕ ਤੌਰ ਤੇ ਆ, ਲਿਟਰੇਰੀ ਤੌਰ ਤੇ ਅਸੀਂ ਉਹਨਾਂ ਨੂੰ ਮੋਹ ਕਰਦੇ ਹਾਂ। ਸਾਡੇ ਨਾਲ ਅੱਜ ਕਹਾਣੀਕਾਰ ਕੁਲਵੀਰ ਬੜੇਸਰੋ ਜੀ ਹੋਣਗੇ, ਜਿਹੜੇ ਅੱਜ ਸਾਡੇ ਨਾਲ ਜਿਹੜਾ ਆਪਦੀ ਕਹਾਣੀ ਦਾ ਪਾਠ ਕਰਨਗੇ, ਆਪਦੇ ਸ਼ਬਦਾਂ ਦੀ ਸਾਂਝ ਪਾਉਣਗੇ। ਜੇ ਥੋੜ੍ਹੇ ਸ਼ਬਦਾਂ ਦੇ ਵਿੱਚ ਮੈਂ ਦੱਸਾਂ ਤਾਂ ਹਿੰਦੀ ਦੇ ਵੱਡੇ ਪਰਦੇ ਦੇ ਨਾਲ ਨਾਲ ਛੋਟਾ ਪਰਦਾ ਵੀ ਉਹਨਾਂ ਦਾ ਜਿਹੜਾ ਕਾਇਲ ਆ, ਤੇ ਉਹਨਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਆ। ਉਹਦੇ ਨਾਲ ਹੀ ਪੰਜਾਬੀ, ਦੇਖੋ ਬੇਸ਼ੱਕ ਉਹ ਮੁੰਬਈ ਦੇ ਵਿੱਚ ਰਹਿ ਰਹੇ ਨੇ, ਹਿੰਦੀ ਸਿਨੇਮੇ ਦੇ ਵਿੱਚ ਕੰਮ ਕਰਦੇ ਨੇ, ਹਿੰਦੀ ਸੀਰੀਅਲ ਦੇ ਵਿੱਚ ਕੰਮ ਕਰਦੇ ਨੇ, ਪਰ ਪੰਜਾਬੀ ਨੂੰ ਕਦੇ ਨਹੀਂ ਟੁੱਟੇ। ਇਹ ਸਾਡੇ ਲਈ ਬੜੀ ਫਖਰ ਵਾਲੀ ਗੱਲ ਆ, ਮਾਣ ਵਾਲੀ ਗੱਲ ਆ। ਤੇ ਸਾਨੂੰ ਇਸੇ ਚੀਜ਼ ਦਾ ਜਿਹੜਾ ਮੋਹ ਆ, ਜਿਹੜਾ ਗੁਰੂਆਂ ਪੀਰਾਂ ਨੇ ਸਾਨੂੰ ਬਖਸ਼ਿਆ ਹੈਗਾ, ਤਾਂ ਸਾਨੂੰ ਬੜਾ ਅਸੀਂ ਮਾਣ ਤੇ ਉਹਨਾਂ ਨੂੰ ਸੈਲੂਟ ਕਰਦੇ ਹਾਂ ਵੀ ਉਹ ਪੰਜਾਬੀ ਨੂੰ ਹੀ ਓਨਾ ਪਿਆਰ ਕਰ ਰਹੇ ਨੇ। ਤੇ ਦਰਜਨਾਂ ਫਿਲਮਾਂ ਪੰਜਾਬੀ ਦੀਆਂ, ਨਾਟਕ। ਤੇ ਮੈਨੂੰ ਡਾਕਟਰ ਕ੍ਰਾਂਤੀਪਾਲ ਤੋਂ ਪਤਾ ਲੱਗਿਆ ਸੀ ਵੀ ਪਟਿਆਲਾ ਯੂਨੀਵਰਸਿਟੀ ਦੇ ਸਾਰੇ ਇਰਦ ਗਿਰਦ ਜਿਹੜੀ ਇਹ ਇਹਨਾਂ ਦੇ ਸਮਕਾਲੀ ਨੇ। ਤੇ ਸੋ ਸਭ ਤੋਂ ਪਹਿਲਾਂ ਤਾਂ ਭੈਣ ਜੀ ਤੁਹਾਡਾ ਇਸ ਮੰਚ ਤੇ ਸਵਾਗਤ ਹੈ ਜੀ। ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ ਅੱਜ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਤੇ ਡਾਕਟਰ ਕ੍ਰਾਂਤੀਪਾਲ ਜੀ ਤੇ ਤੁਹਾਡਾ ਬੇਅੰਤ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਅਵਸਰ ਪ੍ਰਦਾਨ ਕੀਤਾ ਕਿ ਅੱਜ ਮੈਂ ਸਾਰੇ ਸਰੋਤਿਆਂ ਦੇ, ਦਰਸ਼ਕਾਂ ਦੇ ਸਾਹਮਣੇ ਰੂਬਰੂ ਹੋ ਕੇ ਆਪਣੀ ਕਹਾਣੀ ਪੇਸ਼ ਕਰ ਸਕਾਂ। ਤੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਤੁਹਾਡੀ। ਜੀ ਬਿਲਕੁਲ, ਜੀ ਆਇਆਂ ਨੂੰ। ਤੇ ਸਾਨੂੰ ਵੀ ਪੂਰਾ ਵਿਆਹ ਵਾਂਗੂ ਚਾਅ ਚੜਿਆ ਪਿਆ ਸੀ ਵੀ ਭੈਣ ਜੀ ਆਉਣਗੇ ਬੰਬੇ ਤੋਂ, ਸਾਡੇ ਨਾਲ ਜੁੜਨਗੇ, ਕਿਉਂਕਿ ਨੌਜਵਾਨਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਹੁੰਦਾ। ਕਿਉਂਕਿ ਜਿਹੜਾ ਨਵੀਂ ਪੀੜ੍ਹੀ ਆ, ਕਿਉਂਕਿ ਸਾਡੀ 5ਵੀਂ ਪੀੜ੍ਹੀ ਆ ਇਸ ਸਾਹਿਤਕ ਖੇਤਰ ਦੇ ਵਿੱਚ, ਤੁਸੀਂ 4ਥੀ ਪੀੜ੍ਹੀ ਦੇ ਜਿਹੜੇ ਕਹਾਣੀਕਾਰ ਆ ਜਾਂਦੇ ਹੋ, ਤੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਸਾਡੀ ਉਤੇਜਨਾ ਸੀ ਜਲਦੀ ਇਹ 6 ਅਪ੍ਰੈਲ ਆ ਜੇ ਤੇ ਅਸੀਂ ਪ੍ਰੋਗਰਾਮ ਜਿਹੜਾ ਸੁਣੀਏ, ਸਾਂਝਾ ਕਰੀਏ। ਸੋ ਆਪਾਂ ਚਲੋ ਹੁਣ ਕਹਾਣੀ ਸ਼ੁਰੂ ਕਰਦੇ ਹਾਂ, ਫਿਰ ਕੁਝ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਫਿਰ ਸਾਂਝੀਆਂ ਕਰਾਂਗੇ। ਤੇ ਮੈਂ ਚਾਹੁੰਦਾ ਤੁਸੀਂ ਆਪਣੀ ਕਹਾਣੀ ਪੇਸ਼ ਕਰੋ ਜੀ। ਮੈਂ ਕਹਾਣੀ ਪੇਸ਼ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਰਾਮ ਸਰੂਪ ਅਣਖੀ ਜੀ, ਜਿਵੇਂ ਕਿ ਤੁਸੀਂ ਵੀ ਦੱਸਿਆ, ਸੱਚਮੁੱਚ ਜਿਹੜੇ ਨਵੇਂ ਕਹਾਣੀਕਾਰ ਸਨ ਉਹਨਾਂ ਨੂੰ ਬਹੁਤ ਹੀ ਪ੍ਰੋਤਸਾਹਿਤ ਕਰਦੇ ਸਨ ਤੇ ਉਹਨਾਂ ਨੂੰ ਬਹੁਤ ਹੀ ਚਾਅ ਨਾਲ, ਪਿਆਰ ਨਾਲ ਕਹਾਣੀ ਪੰਜਾਬ ਵਿੱਚ ਛਾਪਦੇ ਸਨ। ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ। ਤੇ ਉਹ ਮੇਰੀਆਂ ਕਹਾਣੀਆਂ ਕਾਫੀ ਕਹਾਣੀ ਪੰਜਾਬ ਵਿੱਚ ਛਪੀਆਂ। ਉਹ ਹਮੇਸ਼ਾ ਇੱਕ ਟਿੱਪਣੀ, ਸਪੈਸ਼ਲ ਟਿੱਪਣੀ ਲਗਾ ਕੇ ਮੇਰੀ ਕਹਾਣੀ ਜਿਹੜੀ ਹੈ ਉਹ ਕਹਾਣੀ ਪੰਜਾਬ ਵਿੱਚ ਛਾਪਦੇ ਸਨ। ਤੇ ਮੇਰੀ ਜਿਹੜੀ ਦੂਸਰੀ ਕਹਾਣੀ ਸੰਗ੍ਰਹਿ ਹੈ ਕਦੋਂ ਆਏਗੀ, ਉਸਦਾ ਮੁੱਖਬੰਧ ਵੀ ਰਾਮ ਸਰੂਪ ਅਣਖੀ ਜੀ ਹੋਰਾਂ ਨੇ ਹੀ ਲਿਖਿਆ ਸੀ ਔਰ ਬਹੁਤ ਖੂਬਸੂਰਤ ਲਿਖਿਆ ਸੀ। ਮੇਰੀ ਹੁਣ ਜਿਹੜੀ ਨਵੀਂ ਕਿਤਾਬ ਆ ਰਹੀ ਹੈ ਉਸ ਵਿੱਚ ਵੀ ਮੈਂ ਉਹੀ ਉਹਨਾਂ ਦੀਆਂ ਲਾਈਨਾਂ ਹੀ ਦੁਹਰਾ ਰਹੀ ਹਾਂ, ਕਿਉਂਕਿ ਉਹ ਮੈਨੂੰ ਇੰਨੀਆਂ ਅੱਛੀਆਂ ਲੱਗੀਆਂ ਤੇ ਇੰਨੀਆਂ ਪ੍ਰੇਰਨਾ ਦਿੰਦੀਆਂ ਨੇ। ਤੇ ਮੈਂ ਡਾਕਟਰ ਕ੍ਰਾਂਤੀਪਾਲ ਜੀ ਨੂੰ ਵੀ ਬਹੁਤ ਹੀ ਮੁਬਾਰਕਬਾਦ ਦੇਵਾਂਗੀ ਕਿ ਉਹ ਉਸੇ ਹੀ ਸ਼ਿੱਦਤ ਨਾਲ, ਉਸੇ ਹੀ ਲਗਨ ਤੇ ਉਸੇ ਹੀ ਮਿਹਨਤ ਨਾਲ
ਕਹਾਣੀ ਪੰਜਾਬ ਮੈਗਜ਼ੀਨ ਨੂੰ ਅੱਗੇ ਤੋਰ ਰਹੇ ਨੇ, ਜਿਵੇਂ ਕਿ ਰਾਮ ਸਰੂਪ ਅਣਖੀ ਜੀ ਨੇ ਉਸ ਦੀ ਲੀਹ ਪਾਈ ਸੀ, ਤੇ ਉਸੇ ਤਰ੍ਹਾਂ ਹੀ ਗੱਜ ਵੱਜ ਕੇ ਸਾਹਿਤ, ਪੰਜਾਬੀ ਸਾਹਿਤ ਵਿੱਚ ਕੰਮ ਕਰ ਰਹੇ ਨੇ। ਸੋ ਮੇਰੇ ਵੱਲੋਂ ਡਾਕਟਰ ਕ੍ਰਾਂਤੀਪਾਲ ਜੀ ਨੂੰ ਬਹੁਤ ਬਹੁਤ ਵਧਾਈ। ਤੇ ਹੁਣ ਮੈਂ ਪੇਸ਼ ਕਰਦੀ ਹਾਂ ਆਪਣੀ ਕਹਾਣੀ, ਜਿਸ ਦਾ ਨਾਂ ਹੈ ਨੂੰਹ ਸੱਸ। ਜੀ। ਇੱਕ ਤਾਂ ਸਰਦਾਰ ਗੁਰਨਾਮ ਸਿੰਘ ਤਹਿਸੀਲਦਾਰ, ਦੂਜਾ ਘਰ ਦੀ ਚੰਗੀ ਭਲੀ ਜ਼ਮੀਨ, ਪੱਕੇ ਚੁਬਾਰਿਆਂ ਵਾਲੀ ਵੱਡੀ ਹਵੇਲੀ ਨੁਮਾ ਘਰ, ਫਿਰ ਘਰ ਦਾ ਪਹਿਲਾ ਵਿਆਹ, ਉਹ ਵੀ ਉਸਦੇ ਪਲੇਠੇ ਲਾਡਲੇ ਪੁੱਤਰ ਦਾ। ਫਿਰ ਵਿਆਹ ਤਾਂ ਗੱਜ ਵੱਜ ਕੇ ਹੋਣਾ ਹੀ ਸੀ, ਉੱਤੋਂ ਕੁੜਮ ਵੀ ਚੰਗੇ ਰੱਜੇ ਪੁੱਜੇ ਟੱਕਰੇ, ਤੇ ਕਾਕਾ ਜੀ ਦੀ ਵਹੁਟੀ ਤਾਂ ਜਿਵੇਂ ਸੁਹੱਪਣ ਦੀ ਮਿਸਾਲ ਹੋਵੇ। ਸਰਦਾਰ ਗੁਰਨਾਮ ਸਿੰਘ ਦੀ ਹਵੇਲੀ ਤੋਂ ਲੈ ਕੇ ਪਹਾੜੀ ਕੁੜਮਾਂ ਦੇ ਪਿੰਡ ਤੱਕ, ਮੈਰਿਜ ਪੈਲੇਸ ਤੋਂ ਲੈ ਕੇ ਨਾਲ ਦੇ ਛੋਟੇ ਸ਼ਹਿਰ ਦੇ ਹੋਟਲ 'ਚ ਠਹਿਰੇ ਮਹਿਮਾਨਾਂ ਦੇ ਬਹੁਤ ਸਾਰੇ ਕਮਰਿਆਂ ਤੱਕ, ਤੇ ਉਸ ਤੋਂ ਵੀ ਹੋਰ ਵੱਡੇ ਹੋਟਲ ਦੀ ਵੱਡੀ ਰਿਸੈਪਸ਼ਨ ਤੱਕ ਖੂਬਸੂਰਤੀ ਹੀ ਖੂਬਸੂਰਤੀ ਫੈਲੀ ਹੋਈ ਸੀ। ਤੇ ਇਹ ਖੂਬਸੂਰਤੀ ਫੈਲੀ ਰਹੀ ਕਈ ਦਿਨਾਂ ਤੱਕ। ਯਾਨੀ ਕਾਕਾ ਜੀ ਦਾ ਵਿਆਹ ਸੀ ਕਿ ਖਤਮ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਆਖਿਰ ਖਤਮ ਹੋਇਆ ਜਦ ਪਿੰਡ ਤੋਂ ਥੋੜੀ ਦੂਰ ਵੱਡੇ ਸ਼ਹਿਰ 'ਚ ਵੱਡੇ ਹੋਟਲ 'ਚ ਕਾਕਾ ਜੀ ਦੀ ਸੁਹਾਗ ਰਾਤ ਲਈ ਵੱਡਾ ਕਮਰਾ ਬੁੱਕ ਕਰਵਾਇਆ ਗਿਆ, ਤੇ ਹੁਣ ਉਸ ਕਮਰੇ ਨੂੰ ਸਜਾਉਣਾ ਹੋਟਲ ਦੀ ਜ਼ਿੰਮੇਵਾਰੀ ਸੀ, ਜੋ ਕਿ ਬਹੁਤ ਵਧੀਆ ਨਿਭਾਈ ਗਈ। ਫਿਰ ਜਦੋਂ ਕਾਕਾ ਜੀ ਤੇ ਵਹੁਟੀ ਪਿੰਡ ਪਰਤੇ ਤਾਂ ਪਿੰਡ ਦੀਆਂ ਸੁਆਣੀਆਂ ਉਮੜ ਕੇ ਵਹੁਟੀ ਨੂੰ ਵੇਖਣ ਵਾਸਤੇ ਔੜੀਆਂ, ਤੇ ਵਹੁਟੀ ਦਾ ਹੁਸਨ ਵੇਖ ਕੇ ਹੈਰਾਨ ਹੋ ਰਹੀਆਂ ਸਨ। ਖੈਰ ਸੋਹਣਾ ਤਾਂ ਕਾਕਾ ਜੀ ਵੀ ਸੀ, ਭੋਲਾ ਭਾਲਾ ਚਿਹਰਾ, ਨਾਜ਼ੁਕ ਜਿਹਾ ਸਰੀਰ, ਦਰਮਿਆਨਾ ਕੱਦ ਤੇ ਗੋਰਾ ਚਿੱਟਾ ਰੰਗ। ਅਲੂਆ ਜਿਹਾ ਕਾਕਾ ਜੀ ਆਪਣੇ ਮਾਪਿਆਂ ਦਾ ਪਹਿਲਾ ਪੁੱਤਰ ਸੀ। BA ਕਰਦਿਆਂ ਹੀ ਸਰਦਾਰ ਗੁਰਨਾਮ ਸਿੰਘ ਦੀ ਰਸੂਖੀ ਕਾਰਨ ਕਾਕਾ ਜੀ ਨੂੰ ਨਾਲ ਦੇ ਛੋਟੇ ਸ਼ਹਿਰ ਦੇ FCI ਮਹਿਕਮੇ 'ਚ ਚੰਗੀ ਨੌਕਰੀ ਮਿਲ ਗਈ ਸੀ। ਤੇ ਨੌਕਰੀ ਤੇ ਲੱਗਦਿਆਂ ਹੀ ਕਾਕਾ ਜੀ ਦੇ ਵਿਆਹ ਲਈ ਸਰਦਾਰ ਤੇ ਸਰਦਾਰਨੀ ਕਾਹਲੇ ਪੈ ਗਏ ਸਨ। ਉਹਨਾਂ ਦਾ ਪਲੇਠਾ ਪੁੱਤ ਲਾਡਲਾ ਤੇ ਸੋਹਣਾ। ਕਾਕਾ ਜੀ ਦੇ ਜਨਮ ਤੋਂ ਬਾਅਦ 4 ਕੁ ਸਾਲਾਂ ਕਾਕਾ ਜੀ ਦੀ ਮਾਂ ਨੂੰ, ਜਿਸ ਦਾ ਨਾਂ ਹਰਬੰਸ ਕੌਰ ਸੀ, ਪਰ ਪਿੰਡ 'ਚ ਸਭ ਉਸਨੂੰ ਤਹਿਸੀਲਦਾਰਨੀ ਕਹਿ ਕੇ ਬੁਲਾਉਂਦੇ ਸਨ, ਕੋਈ ਔਲਾਦ ਨਾ ਹੋਈ। ਬਸ ਕੁਦਰਤ ਦੀ ਹੀ ਕੋਈ ਖੇਡ ਸੀ। ਮੁੜ ਜਦੋਂ ਕਾਕਾ ਜੀ 5 ਕੁ ਸਾਲਾਂ ਦਾ ਹੋਇਆ ਤਾਂ ਹਰਬੰਸ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ, ਤੇ ਮੁੜ 2 ਸਾਲਾਂ ਬਾਅਦ ਫਿਰ ਦੂਜੀ ਬੇਟੀ ਨੂੰ। ਫਿਰ ਵੀ ਹਰਬੰਸ ਕੌਰ ਅਜੇ ਜਵਾਨ ਜਹਾਨ ਲੱਗਦੀ ਸੀ, ਮਸਾਂ ਕਿਤੇ 40 ਨੂੰ ਟੱਪੀ ਹੋਵੇਗੀ। ਗੋਰੀ ਚਿੱਟੀ, ਭੋਲੇ ਜੇ ਪਿਆਰੇ ਜੇ ਮੁਖੜੇ ਵਾਲੀ, ਦਰਮਿਆਨੇ ਕੱਦ ਦੀ, ਖਿੜਖਿੜ ਹੱਸਦੀ ਤੀਵੀਂ। ਤੇ ਸਰਦਾਰ ਗੁਰਨਾਮ ਸਿੰਘ ਵੀ ਉਸਦੇ ਮੁਕਾਬਲੇ 'ਚ ਉਨਾ ਹੀ ਸੋਹਣਾ ਸਰਦਾਰ। ਬਿੱਲੀਆਂ ਬਲੋਰੀ ਅੱਖਾਂ, ਦਗਦਗ ਕਰਦੇ ਚਿਹਰੇ ਵਾਲਾ, ਛੋਟੇ ਜੋੜੀ ਤਾਂ ਰੱਬ ਨੇ ਆਪ ਬਣਾਈ ਹੋਵੇ। ਕਾਕਾ ਜੀ ਦਾ ਅਸਲੀ ਨਾਂ ਤਾਂ ਹਰਮਨ ਸਿੰਘ ਸੀ, ਪਰ ਬਚਪਨ ਤੋਂ ਹੀ ਸਭ ਸੀਰੀ ਨੌਕਰ ਚਾਕਰ ਉਸਨੂੰ ਕਾਕਾ ਜੀ ਕਹਿ ਕੇ ਬੁਲਾਉਂਦੇ ਸਨ। ਤਾਂ ਹਰਮਨ ਸਿੰਘ ਦਾ ਨਾਂ ਸਿਰਫ ਉਸਦੇ ਸਕੂਲ, ਕਾਲਜ ਤੇ ਮੁੜ ਨੌਕਰੀ ਦੇ ਕਾਗਜ਼ਾਂ ਤੱਕ ਹੀ ਮਹਿਦੂਦ ਰਹਿ ਗਿਆ। ਨਾਂ ਉਸਦਾ ਕਾਕਾ ਜੀ ਹੀ ਪੱਕ ਗਿਆ। ਕਾਕਾ ਜੀ ਦੀ ਵਹੁਟੀ ਬਲਬੀਰ ਕੌਰ ਜਦ ਆਪਣੇ ਸੱਸ ਹਰਬੰਸ ਕੌਰ ਨਾਲ ਚੌਂਕੇ 'ਚ ਬੈਠਦੀ ਜਾਂ ਰਲ ਕੇ ਕੋਈ ਹੋਰ ਕੰਮਕਾਰ ਕਰਦੀ ਤਾਂ ਏਦਾਂ ਲੱਗਦਾ ਸੀ ਦੋਵੇਂ ਨੂੰਹ ਸੱਸ ਨਹੀਂ ਭੈਣਾਂ ਹੋਣ। ਉੱਤੋਂ ਹਰਬੰਸ ਕੌਰ ਦਾ ਸੁਭਾਅ ਐਡਾ ਚੰਗਾ, ਹੰਸੂ ਕਰਨ ਵਾਲਾ ਤੇ ਮਿਲਣਸਾਰ। ਉਹ ਆਪਣੀ ਸੋਹਣੀ ਜਿਹੀ ਅੱਲੜ ਉਮਰ ਵਾਲੀ ਤੇ ਗੱਠੇ ਹੋਏ ਸਰੀਰ ਵਾਲੀ ਗੋਰੀ ਚਿੱਟੀ ਪਹਾੜਨ ਨੂੰਹ ਨਾਲ ਲਾਡ ਵੀ ਬਹੁਤ ਕਰਦੀ ਸੀ। ਹਰ ਵੇਲੇ ਉਹ ਚਾਹੁੰਦੀ ਸੀ ਬਲਬੀਰ ਸਜੀ ਧਜੀ ਰਹੇ, ਗਹਿਣਾ ਗੱਟਾ ਪਾ ਕੇ ਰੱਖੇ, ਸਵੇਰੇ ਜਿਹੜਾ ਨਹਾ ਧੋ ਕੇ ਸੂਟ ਪਾਇਆ ਹੋਵੇ, ਸ਼ਾਮ ਨੂੰ ਫਿਰ ਤੋਂ ਆਪਣਾ ਮੂੰਹ ਮੱਥਾ ਸੰਵਾਰੇ, ਨਵਾਂ ਸੂਟ ਪਾਵੇ, ਸੋਹਣੀ ਸੁਰਖੀ ਬਿੰਦੀ ਲਾਵੇ, ਤੇ ਕਾਕਾ ਜੀ ਦੀ ਮਾਰੂਤੀ ਕਾਰ ਦੇ ਆਉਣ ਤੋਂ ਪਹਿਲਾਂ ਉਹ ਸਜ ਧੱਜ ਕੇ ਬੈਠ ਜਾਵੇ। ਸੱਜਣ ਫੱਬਣ ਦਾ ਸ਼ੌਂਕ ਤਾਂ ਬਲਬੀਰ ਨੂੰ ਵੀ ਕਾਫੀ ਸੀ। ਉਹ ਵੀ ਦਿਲ ਨਾਲ ਤਿਆਰ ਹੁੰਦੀ ਸੀ। ਸੂਟ ਨਾਲ ਮੈਚਿੰਗ ਸੈੱਟ ਪਾਉਂਦੀ, ਮੈਚਿੰਗ ਵੰਗਾਂ, ਮੈਚਿੰਗ ਬਿੰਦੀ ਲਾਉਂਦੀ ਤੇ ਖੂਬ ਸਾਰਾ ਪਰਫਿਊਮ ਲਾਉਂਦੀ। ਆਪਣੇ ਆਪ ਨੂੰ ਹੀ ਨਹੀਂ, ਉਹ ਆਪਣੇ ਤੇ ਕਾਕਾ ਜੀ ਦੇ ਕਮਰੇ ਨੂੰ ਵੀ ਖੂਬ ਸਜਾਉਂਦੀ। ਰੋਜ਼ ਡਬਲ ਬੈੱਡ ਦੀ ਚਾਦਰ ਬਦਲਦੀ, ਪਰਦੇ ਝਾੜਦੀ, ਮੇਜ਼ ਕੁਰਸੀਆਂ ਦੀ ਡਸਟਿੰਗ ਕਰਦੀ, ਸ਼ੀਸ਼ੇ ਵਾਲੀ ਅਲਮਾਰੀ 'ਚ ਪਈਆਂ ਆਪਣੇ ਤੇ ਕਾਕਾ ਜੀ ਦੇ ਵਿਆਹ ਦੀਆਂ ਐਲਬਮਾਂ ਨੂੰ ਸਵਾਰ ਕੇ ਪੂੰਝ ਕੇ ਰੱਖਦੀ। ਬਲਬੀਰ ਨੂੰ ਸਾਫ਼ ਸਫਾਈ ਦਾ ਤੇ ਹਰ ਚੀਜ਼ ਨੂੰ ਕਰੀਨੇ ਨਾਲ ਸਜਾ ਕੇ ਰੱਖਣ ਦਾ ਬੜਾ ਸ਼ੌਂਕ ਸੀ।
ਬਲਬੀਰ ਦੀਆਂ ਦੋਵੇਂ ਨਣਾਨਾਂ, ਜਿਨ੍ਹਾਂ ਵਿੱਚ 2 ਸਾਲਾਂ ਦਾ ਹੀ ਫਰਕ ਸੀ, ਸਕੂਲ ਵਿੱਚ ਪੜ੍ਹਦੀਆਂ ਸਨ। ਵੱਡੀ 10ਵੀਂ ਵਿੱਚ ਤੇ ਛੋਟੀ 8ਵੀਂ ਵਿੱਚ। ਦੋਵੇਂ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦੀਆਂ ਸਨ। ਭਾਬੀ ਵੀ ਉਹਨਾਂ ਨਾਲ ਇਉਂ ਘੁਲ ਮਿਲ ਗਈ ਸੀ ਜਿਵੇਂ ਉਹ ਵੀ ਉਹਨਾਂ ਦੇ ਹੀ ਹਾਣ ਦੀ ਹੋਵੇ। ਦੋਵਾਂ ਨੂੰ ਉਹ ਸਵੇਰੇ ਸਕੂਲ ਜਾਣ ਲਈ ਤਿਆਰ ਹੋਣ 'ਚ ਮਦਦ ਕਰਦੀ, ਉਹਨਾਂ ਦੀਆਂ 2-2 ਗੁੱਤਾਂ ਕਰਦੀ, ਉਹਨਾਂ ਦੇ ਟਿਫਨ ਤਿਆਰ ਕਰਨ ਵਿੱਚ ਆਪਣੀ ਸੱਸ ਦੀ ਮਦਦ ਕਰਦੀ। ਛਮ-ਛਮ ਉਹ ਪੂਰੀ ਹਵੇਲੀ ਵਿੱਚ ਤੁਰੀ ਫਿਰਦੀ। ਹਰ ਸ਼ਨੀਵਾਰ ਉਸਦਾ ਸਹੁਰਾ ਸਰਦਾਰ ਗੁਰਨਾਮ ਸਿੰਘ ਸ਼ਹਿਰੋਂ, ਜਿੱਥੇ ਉਹ ਪੋਸਟਡ ਸੀ, ਆ ਜਾਂਦਾ ਤੇ ਸ਼ਨੀਵਾਰ ਤੇ ਐਤਵਾਰ ਨੂੰ 2 ਦਿਨ ਰਹਿ ਕੇ ਸੋਮਵਾਰ ਸਵਖਤੇ ਚਲਾ ਜਾਂਦਾ। ਅਜੇ ਉਸਦੇ ਰਿਟਾਇਰ ਹੋਣ ਵਿੱਚ ਤਾਂ ਕਾਫੀ ਸਾਲ ਬਾਕੀ ਸਨ। ਸਰਦਾਰ ਗੁਰਨਾਮ ਸਿੰਘ ਆਉਂਦਾ ਤਾਂ ਆ ਕੇ ਵਿਹੜੇ 'ਚ ਆਰਾਮ ਕੁਰਸੀ ਢਾਹ ਕੇ ਬੈਠਣਾ ਪਸੰਦ ਕਰਦਾ। ਆਰਾਮ ਕੁਰਸੀ ਅੱਗੇ ਮੇਜ਼, ਜਿਸ ਤੇ ਚਿੱਟਾ ਕਰੋਸ਼ੀਏ ਨਾਲ ਬੁਣਿਆ ਮੇਜ਼ਪੋਸ਼ ਵਿਛਾਇਆ ਜਾਂਦਾ, ਉੱਪਰ ਕੱਚ ਦਾ ਪਾਣੀ ਨਾਲ ਭਰਿਆ ਜੱਗ ਤੇ ਖਾਲੀ ਕੱਚ ਦਾ ਗਿਲਾਸ ਰੱਖਿਆ ਜਾਂਦਾ। ਚਿੱਟਾ ਦੁੱਧ ਵਰਗਾ ਕੁੜਤਾ ਪਜਾਮਾ ਪਾ ਕੇ ਸਰਦਾਰ ਗੁਰਨਾਮ ਸਿੰਘ ਜਦੋਂ ਉੱਚੀ ਹਵੇਲੀ ਦੇ ਵਿਹੜੇ ਵਿੱਚ ਬੈਠਦਾ ਤਾਂ ਏਦਾਂ ਲੱਗਦਾ ਸੀ ਜਿਵੇਂ ਵਿਹੜੇ ਵਿੱਚ ਚੰਨ ਚੜ੍ਹ ਆਇਆ ਹੋਵੇ। ਫਿਰ ਸਰਦਾਰ ਗੁਰਨਾਮ ਸਿੰਘ ਅੰਦਰੋਂ ਆਪਣੇ ਕਮਰੇ ਦੀ ਅਲਮਾਰੀ ਵਿੱਚੋਂ ਵਿਸਕੀ ਦੀ ਬੋਤਲ ਲੈ ਆਉਂਦਾ ਤੇ ਲਿਆ ਕੇ ਬਾਹਰ ਚਿੱਟੇ ਕਰੋਸ਼ੀਏ ਵਾਲੇ ਮੇਜ਼ਪੋਸ਼ ਵਾਲੇ ਮੇਜ਼ ਤੇ ਰੱਖ ਦਿੰਦਾ। ਹਰਬੰਸ ਕੌਰ ਰਸੋਈ ਚੋਂ ਕੱਚ ਦੀ ਕੌਲੀ ਵਿੱਚ ਗੁੜ ਦੇ ਟੁਕੜੇ ਰੱਖ ਕੇ ਲੈ ਆਉਂਦੀ। ਸਰਦਾਰ ਵਿਸਕੀ ਨਾਲ ਸਿਰਫ ਥੋੜਾ ਗੁੜ ਹੀ ਖਾਣਾ ਪਸੰਦ ਕਰਦਾ ਸੀ। ਗੁੜ ਵਾਲੀ ਕੱਚ ਦੀ ਕੌਲੀ ਮੇਜ਼ ਤੇ ਰੱਖ ਕੇ ਹਰਬੰਸ ਕੌਰ ਕੋਲ ਡੱਠੇ ਨਵਾਰੀ ਮੰਜੇ ਤੇ ਬੈਠ ਜਾਂਦੀ ਸਵਾਰ ਕੇ। ਹਰਬੰਸ ਕੌਰ ਸਰਦਾਰ ਗੁਰਨਾਮ ਸਿੰਘ ਦੇ ਇਉਂ ਅਸ਼ਨੇ ਪਸ਼ਨੇ ਕਰਦੀ ਸੀ ਜਿਵੇਂ ਨਵ ਵਿਆਹੀ ਵਹੁਟੀ ਹੋਵੇ। ਚੌਂਕੇ 'ਚ ਬੈਠੀ ਕੰਮਕਾਰ ਕਰਦੀ ਬਲਬੀਰ ਦੇ ਕੰਨ ਆਪਣੇ ਸੱਸ ਸਹੁਰੇ ਵੱਲ ਹੀ ਲੱਗੇ ਰਹਿੰਦੇ। ਬਣਾ ਦਿਓ ਫਿਰ ਇੱਕ ਸੋਹਣਾ ਜਿਹਾ ਪੈਗ ਮੇਰੀ ਸਰਕਾਰ, ਸਰਦਾਰ ਗੁਰਨਾਮ ਸਿੰਘ ਬਹੁਤ ਹੀ ਪਿਆਰ ਨਾਲ ਆਖਦਾ ਤੇ ਹਰਬੰਸ ਕੌਰ ਮੁਸਕਰਾ ਕੇ ਮਿੰਨਾ ਜਿਹਾ ਹੱਸ ਕੇ ਵਿਸਕੀ ਦੀ ਬੋਤਲ ਦਾ ਢੱਕਣ ਖੋਲਦੀ, ਕੱਚ ਦੇ ਗਲਾਸ 'ਚ ਵਿਸਕੀ ਉੜੇਲਦੀ ਤੇ ਕੱਚ ਦੇ ਜੱਗ 'ਚੋਂ ਮਿਣਵਾ ਪਾਣੀ ਪਾ ਕੇ ਪੈਗ ਬਣਾ ਦਿੰਦੀ। ਬਲਬੀਰ ਚੋਰ ਅੱਖ ਨਾਲ ਵੇਖਦੀ ਕਿ ਸ਼ਾਮ ਦੇ ਘੁਸਮਸੇ 'ਚ ਜਦੋਂ ਸਰਦਾਰ ਆਪਣੀ ਵਹੁਟੀ ਦੇ ਹੱਥੋਂ ਪੈਗ ਫੜਦਾ ਤਾਂ ਦੂਜੇ ਹੱਥ ਨਾਲ ਉਸਦੀ ਵੀਣੀ ਵੀ ਫੜ ਲੈਂਦਾ। ਕੀ ਕਰਦੇ ਹੋ ਜੀ, ਛੱਡੋ। ਹਰਬੰਸ ਕੌਰ ਵੀਣੀ ਛੁਡਾ ਕੇ ਝੂਠੀ ਮੂਠੀ ਦੀ ਘੂਰੀ ਜਿਹੀ ਵੱਟਦੀ ਤੇ ਫਿਰ ਖਿੜਖਿੜ ਹੱਸ ਪੈਂਦੀ। ਬਲਬੀਰ ਵੇਖਦੀ ਸੀ ਕਿ ਉਸਦੀ ਸੱਸ ਤਿਆਰ ਵੀ ਕਿੰਨਾ ਸੋਹਣਾ ਹੁੰਦੀ ਸੀ। ਖਾਸ ਕਰ ਸ਼ਨੀਵਾਰ ਨੂੰ ਉਹ ਦੁਪਹਿਰ ਤੋਂ ਹੀ ਤਿਆਰ ਹੋਣਾ ਸ਼ੁਰੂ ਕਰ ਦਿੰਦੀ ਸੀ। ਵਿਹੜੇ 'ਚ ਲੱਗੇ ਨਲਕੇ ਕੋਲ ਪੀੜੀ ਢਾਹ ਕੇ ਉਹ ਪਹਿਲਾਂ ਅੱਡੀਆਂ ਕੂਚਦੀ ਸੀ, ਫਿਰ ਹੱਥਾਂ ਤੇ ਪੈਰਾਂ ਤੇ ਨੋਹਾਂ ਤੇ ਨਵੀਂ ਨੇਲ ਪਾਲਿਸ਼ ਲਾਉਂਦੀ ਸੀ। ਪੁਰਾਣੀ ਨੇਲ ਪਾਲਿਸ਼ ਅਜੇ ਭਾਵੇਂ ਚੰਗੀ ਭਲੀ ਹੋਵੇ, ਪਰ ਫਿਰ ਵੀ ਹਰਬੰਸ ਕੌਰ ਪੁਰਾਣੀ ਨੇਲ ਪਾਲਿਸ਼ ਲਾ ਕੇ ਹੀ ਨਵੀਂ ਲਾਉਂਦੀ ਸੀ ਤੇ ਦੰਦਾਂ ਤੇ ਦੰਦਾਸਾ ਮਲਦੀ ਸੀ। ਗੁਸਲਖਾਨੇ ਦਾ ਦਰਵਾਜ਼ਾ ਬੰਦ ਕਰਕੇ ਕਾਫੀ ਦੇਰ ਉਹ ਨਹਾਉਂਦੀ ਰਹਿੰਦੀ ਸੀ ਤੇ ਫਿਰ ਸੋਹਣਾ ਜਿਹਾ ਸੂਟ ਪਾ ਕੇ ਪੱਟੀਆਂ ਵਾਲਾ ਸਿਰ ਵਾਹ ਕੇ ਚੀਰ 'ਚ ਸਿੰਦੂਰ ਭਰ ਲੈਂਦੀ ਸੀ ਤੇ ਅੱਖਾਂ 'ਚ ਲੱਪ-ਲੱਪ ਸੁਰਮਾ। ਬਲਬੀਰ ਬੜੀ ਹੈਰਾਨ ਹੁੰਦੀ ਸੀ ਕਿ ਸਰਦਾਰਨੀ ਹੋ ਕੇ ਸਿਰ ਦੇ ਚੀਰ 'ਚ ਸਿੰਦੂਰ। ਇੱਕ ਦਿਨ ਤਾਂ ਉਸਨੇ ਪੁੱਛ ਹੀ ਲਿਆ, ਮੰਮੀ ਜੀ ਤੁਸੀਂ ਆ ਭਈਆਣੀਆਂ ਵਾਂਗੂ ਸਿੰਦੂਰ ਕਿਉਂ ਲਾਉਂਦੇ ਹੋ? ਕਾਕਾ ਜੀ ਦੇ ਡੈਡੀ ਪਸੰਦ ਕਰਦੇ ਨੇ। ਤੇ ਨਾਲ ਹੀ ਉਹ ਨਵੀਂ ਸਮੀ ਆਈ ਵਹੁਟੀ ਵਾਂਗ ਸ਼ਰਮਾ ਜਾਂਦੀ। ਪਰ ਤੁਸੀਂ ਪੁਰਾਣੇ ਜ਼ਮਾਨੇ ਵਾਂਗੂ ਦੰਦਾਸਾ ਕਾਹਨੂੰ ਮਲਦੇ ਹੋ? ਲਿਪਸਟਿਕ ਲਗਾਇਆ ਕਰੋ। ਨਹੀਂ ਹੈ ਤਾਂ ਮੇਰੇ ਕੋਲੋਂ ਲੈ ਲਓ। ਨਹੀਂ, ਲਿਪਸਟਿਕ ਕਾਕਾ ਜੀ ਦੇ ਡੈਡੀ ਪਸੰਦ ਕਰਦੇ ਨੇ, ਦੰਦਾਸਾ ਤਾਂ ਮੈਨੂੰ ਉਹਨਾਂ ਨੇ ਲਿਆ ਕੇ ਦਿੱਤਾ ਹੋਇਆ। ਤੇ ਹਰਬੰਸ ਕੌਰ ਖਿੜਖਿੜ ਹੱਸ ਪੈਂਦੀ, ਜਿਵੇਂ ਮੱਕੀ ਦੇ ਦਾਣੇ ਜਦੋਂ ਗਰਮ ਭੱਠੀ 'ਚ ਪਾਓ ਤਾਂ ਖਿੜਖਿੜ ਜਾਂਦੇ ਨੇ, ਇੱਕਦਮ ਸਾਫ਼ ਤੇ ਸ਼ਫਾਫ। ਕਾਕਾ ਜੀ ਦੇ ਡੈਡੀ ਤਾਂ ਮੇਰਾ ਬਹੁਤ ਖਿਆਲ ਰੱਖਦੇ ਨੇ, ਵਸਾ ਨਹੀਂ ਖਾਂਦੇ ਮੇਰਾ। ਹਰਬੰਸ ਕੌਰ ਫੇਰ ਹੱਸ ਪਈ ਖਿੜਖਿੜ। ਹਾਂ, ਬਲਬੀਰ ਵੀ ਨੋਟਿਸ ਕਰਦੀ ਸੀ ਕਿ ਜਦ ਸਰਦਾਰ ਗੁਰਨਾਮ ਸਿੰਘ ਹਵੇਲੀ ਦਾ ਵੱਡਾ ਬੂਹਾ ਲੰਘ ਕੇ ਘਰ 'ਚ ਦਾਖਲ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਚੌਂਕੇ ਵੱਲ ਵੇਖਦਾ ਸੀ ਕਿ ਹਰਬੰਸ ਕੌਰ ਉੱਥੇ ਹੋਏਗੀ। ਜੇ ਉਹ ਉੱਥੇ ਨਾ ਦਿਸੇ ਤਾਂ ਇੱਧਰ ਉੱਧਰ ਉਸਨੂੰ ਲੱਭਦਾ ਸੀ ਤੇ ਅਖੀਰ ਪੁੱਛ ਹੀ ਲੈਂਦਾ ਸੀ, ਤੁਹਾਡੀ ਮੰਮੀ ਜੀ ਕਿੱਥੇ ਆ ਬਈ? ਜੇ ਆਖਣਾ ਉਹ ਤਾਂ ਨਿਆਈ ਵੱਲ ਗਈ ਆ ਤਾਂ ਸਿੱਧੇ ਨਿਆਈ ਵੱਲ ਹੀ ਚਲੇ ਜਾਣਾ। ਇਹ ਨਹੀਂ ਵੀ ਪਹਿਲਾਂ ਆਪਣੇ ਕਮਰੇ ਵਿੱਚ ਚਲਾ ਜਾਵੇ ਜਾਂ ਵਿਹੜੇ 'ਚ ਡਾਈ ਆਪਣੀ ਆਰਾਮ ਕੁਰਸੀ ਤੇ ਬੈਠ ਕੇ ਹੀ ਉਸਦੀ ਉਡੀਕ ਕਰ ਲਵੇ। ਨਹੀਂ, ਉਹ ਜਿੱਥੇ ਹੋਏਗੀ ਨਾ ਉੱਥੇ ਹੀ ਮਗਰ ਜਾਏਗਾ, ਚਾਹੇ ਉਹ ਘਰ ਦੀ ਛੱਤ ਤੇ ਹੋਵੇ ਜਾਂ ਮੱਝਾਂ ਵਾਲੇ ਕਮਰੇ 'ਚ ਖੁਰਲੀਆਂ 'ਚ ਹੱਥ ਹੀ ਕਿਉਂ ਮਾਰਦੀ ਹੋਵੇ। ਕਦੇ ਕਦੇ ਬਲਬੀਰ ਦਾ ਦਿਲ ਹੋਰੂ ਜਿਹੇ ਹੋ ਜਾਂਦਾ। ਉਹ ਸੋਚਦੀ, ਕਾਕਾ ਜੀ ਇਹ ਕਿਉਂ ਨਹੀਂ ਕਰਦਾ?
ਉਹ ਕਿਉਂ ਨਹੀਂ ਜਦੋਂ ਬਾਹਰੋਂ ਆਉਂਦਾ ਉਸ ਨੂੰ ਲੱਭਦਾ? ਉਹ ਕਿਉਂ ਸਿੱਧਾ ਚੁਬਾਰੇ ਦੀਆਂ ਪੌੜੀਆਂ ਚੜ ਜਾਂਦਾ ਹੈ, ਸਿੱਧਾ ਆਪਣੇ ਕਮਰੇ 'ਚ? ਉਹ ਮਗਰ ਮਗਰ ਪਾਣੀ ਦਾ ਗਲਾਸ ਲੈ ਕੇ ਚੁਬਾਰੇ 'ਚ ਦਾਖਲ ਹੁੰਦੀ ਆ ਤਾਂ ਨਜ਼ਰ ਭਰ ਕੇ ਕਿਉਂ ਨਹੀਂ ਉਸ ਵੱਲ ਵੇਖਦਾ, ਜਿਵੇਂ ਉਸਦਾ ਸਹੁਰਾ ਉਸਦੀ ਸੱਸ ਵੱਲ ਵੇਖਦਾ ਹੈ, ਭਰਪੂਰ ਤੱਕਣੀ ਨਾਲ। ਹੋਰ ਫਿਰ ਸਰਕਾਰਾਂ ਚੰਗਾ ਚੰਗਾ ਰਹੀਆਂ? ਉਸਦਾ ਸਹੁਰਾ ਹਮੇਸ਼ਾ ਉਸਦੀ ਸੱਸ ਨੂੰ ਪੁੱਛਦਾ, ਜਾਣ ਲੱਗਿਆ ਵੀ ਕਹਿੰਦਾ, ਚੰਗਾ ਸਰਕਾਰ, ਚੰਗੇ ਚੰਗੇ ਰਹਿਣਾ, ਆਪਣਾ ਖਿਆਲ ਰੱਖਣਾ, ਆਰਾਮ ਕਰਨਾ ਹੈ, ਬਹੁਤੀ ਖੇਚਲ ਨਾ ਕਰਨਾ, ਵਗੈਰਾ ਵਗੈਰਾ। ਫਿਰ ਹਮੇਸ਼ਾ ਪੁੱਛਦਾ ਸੀ, ਕੁਝ ਮੰਗਵਾਉਣਾ ਤਾਂ ਨਹੀਂ ਸ਼ਹਿਰੋਂ, ਦੱਸੋ। ਫਿਰ ਜੇ ਕੋਈ ਦਵਾਈ ਖਾਂਦੀ ਹੋਵੇ ਹਰਬੰਸ ਕੌਰ ਤਾਂ ਵੀ ਆ ਕੇ ਪੁੱਛਦੇ ਰਹਿਣਾ, ਤੁਸੀਂ ਦਵਾਈ ਖਾ ਲਈ ਸੀ ਟਾਈਮ ਸਿਰ? ਹੁਣ ਤਾਂ ਨਹੀਂ ਪਿੱਠ 'ਚ ਦਰਦ? ਹੁਣ ਕਿੱਦਾਂ? ਮੈਂ ਕਿਹਾ ਹੁਣ ਕਿੱਦਾਂ? ਵਾਹਿਗੁਰੂ ਵਾਹਿਗੁਰੂ, ਇੰਨਾ ਖਿਆਲ, ਇਹ ਤਾਂ ਭਾਈ ਇਸ਼ਕ ਕਰਦਾ ਆਪਣੀ ਤੀਵੀਂ ਨੂੰ, ਬਲਬੀਰ ਸੋਚਦੀ। ਪਰ ਕਾਕਾ ਜੀ, ਉਹ ਕਿਉਂ ਲੱਲੂ ਜਿਹਾ ਹੈ, ਚੁੱਪ ਗੁੜਪ ਜਿਹਾ? ਉਹ ਕਿਹੜੀ ਸੁਰੰਗ 'ਚ ਪਲਿਆ? ਉਹ ਵੀ ਤਾਂ ਇਸੇ ਪਿਓ ਦਾ ਪੁੱਤ ਹੈ। ਪਤਾ ਨਹੀਂ ਜ਼ਿਆਦਾ ਲਾਡ ਪਿਆਰ ਨੇ ਖੋਰੇ ਉਸਨੂੰ ਲੋਲਾ ਜਿਹਾ ਬਣਾ ਦਿੱਤਾ ਹੈ। ਪਤਾ ਨਹੀਂ, ਉਸਨੂੰ ਤਾਂ ਕੋਈ ਗੱਲ ਉੜਦੀ ਹੀ ਨਹੀਂ। ਤੇ ਇੱਕ ਉਸਦੀ ਸੱਸ ਹੈ ਜਿਸ ਦੇ ਹਾਸੇ ਦੀਆਂ ਆਵਾਜ਼ਾਂ ਹੇਠਾਂ ਵਿਹੜੇ ਤੋਂ ਉੱਪਰ ਚੁਬਾਰੇ ਦੇ ਕਮਰੇ ਤੱਕ ਆ ਪਹੁੰਚਦੀਆਂ ਨੇ। ਪਤਾ ਨਹੀਂ ਇਸ ਜੋੜੀ ਦੀਆਂ ਗੱਲਾਂ 3 ਔਲਾਦਾਂ ਤੋਂ ਬਾਅਦ ਵੀ ਖਤਮ ਕਿਉਂ ਨਹੀਂ ਹੁੰਦੀਆਂ। ਮੈਂ ਤਾਂ ਕਈ ਵਾਰ ਬੜਾ ਬੋਰ ਹੋ ਜਾਂਦੀ ਹਾਂ। ਪੂਰਾ ਦਿਨ ਕੰਮ ਵੀ ਕੋਈ ਬਹੁਤਾ ਨਹੀਂ ਹੁੰਦਾ ਕਰਨ ਲਈ, ਭਾਂਡੇ ਸਾਫ਼ ਸਫਾਈਆਂ ਝੋਰੀ ਕਰ ਜਾਂਦੀ ਆ, ਪਸ਼ੂਆਂ ਦਾ ਕੰਮ ਨੌਕਰ ਕਰ ਲੈਂਦਾ। ਬਲਬੀਰ ਨੇ ਇੱਕ ਦਿਨ ਕਾਕਾ ਜੀ ਨੂੰ ਕਿਹਾ, ਤੁਸੀਂ ਅੱਗੋਂ ਪੜ੍ਹਾਈ ਪੂਰੀ ਕਰੋ, ਆਪਣੀ BA ਪੂਰੀ ਕਰ ਲਓ। ਕਾਕਾ ਜੀ ਨੇ ਅੱਗੋਂ ਜਵਾਬ ਦਿੱਤਾ, ਇੱਕ ਠੰਡਾ ਜਵਾਬ, ਆਪਣੀ ਤੱਕਣੀ ਤੇ ਆਪਣੀ ਜੱਫੀ ਵਰਗਾ ਠੰਡਾ ਜਵਾਬ। ਬਲਬੀਰ ਬੜੀ ਉਦਾਸ ਜਿਹੀ ਹੋ ਗਈ। ਪਤਾ ਨਹੀਂ ਕਿਉਂ ਉਸਦਾ ਦਿਲ ਕੀਤਾ ਆਪਣਾ ਸਾਰਾ ਹਾਰ ਸ਼ਿੰਗਾਰ ਲਾ ਦੇਵੇ। ਉਹ ਸੰਦੂਰ ਵੀ ਪੂੰਝ ਕੇ ਲਾ ਸੁੱਟੇ ਜੋ ਉਸਨੇ ਪੱਟੀਆਂ ਵਾਲਾ ਸਿਰ ਵਾਹ ਕੇ ਆਪਣੇ ਸਿਰ 'ਚ ਚੀਰ ਵਿੱਚ ਪਾ ਲਿਆ ਸੀ, ਤੇ ਜਿਸ ਵੱਲ ਕਾਕਾ ਜੀ ਨੇ ਧਿਆਨ ਹੀ ਨਹੀਂ ਸੀ ਦਿੱਤਾ। ਪਤਾ ਨਹੀਂ ਕਿਉਂ ਅਚਾਨਕ ਹੁਣ ਬਲਬੀਰ ਨੂੰ ਆਪਣੀ ਸੱਸ ਦੀਆਂ ਗੱਲਾਂ ਤੇ ਵੀ ਰੋਹ ਚੜਨ ਲੱਗਾ। ਕਾਕਾ ਜੀ ਦੇ ਡੈਡੀ ਤਾਂ ਮੈਨੂੰ ਫਿੱਕੇ ਰੰਗ ਪਾਉਣ ਹੀ ਨਹੀਂ ਦਿੰਦੇ। ਕਾਕਾ ਜੀ ਦੇ ਡੈਡੀ ਤਾਂ ਮੇਰਾ ਬੜਾ ਫਿਕਰ ਕਰਦੇ ਨੇ। ਮੈਨੂੰ ਕਦੇ ਪੇਕੇ ਵੀ ਬਹੁਤਾ ਨਹੀਂ ਛੱਡਦੇ, ਜਦੋਂ ਵੀ ਜਾਵਾਂ ਮਗਰੇ ਆ ਜਾਂਦੇ ਆ ਲੈਣ। ਮੇਰੀਆਂ ਤਾਂ ਸਹੇਲੀਆਂ ਵੀ ਛੇੜਦੀਆਂ ਨੇ ਉੱਥੇ ਮੈਨੂੰ, ਭਾਬੀਆਂ ਵੀ ਬਥੇਰਾ ਮਖੌਲ ਕਰਦੀਆਂ ਨੇ। ਮੈਨੂੰ ਤਾਂ ਸੰਗੋਂ ਸੰਗ ਜਿਹੀ ਆ ਜਾਂਦੀ ਹੈ। ਮੈਂ ਤਾਂ ਸਦਾ ਨਾਲ ਨਾਲ ਹੀ ਰਹੀ ਹਾਂ ਕਾਕਾ ਜੀ ਦੇ ਡੈਡੀ ਨਾਲ, ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੁੰਦੀ ਸੀ ਨਾਲ ਹੀ ਚਲੇ ਜਾਣਾ। ਫਿਰ ਬੱਚੇ ਹੁੰਦੇ ਗਏ ਤਾਂ ਵੀ ਅਸੀਂ ਨਾਲ ਹੀ। ਉਹਨਾਂ ਦੀ ਇੱਕ ਸ਼ਹਿਰ 'ਚ ਨਾ ਇੱਕ ਕਸਬੇ ਦੇ ਆਸ-ਪਾਸ ਦੀ ਮੁਰੱਬਾਬੰਦੀ ਹੋ ਜਾਣੀ ਤਾਂ ਨਾਲ ਹੀ ਅਗਲੀ ਥਾਂ ਦੀ ਬਦਲੀ ਹੋ ਜਾਣੀ, ਤੇ ਅਸੀਂ ਵੀ ਟਿੰਡ ਫੋੜੀ ਚੁੱਕ ਕੇ ਉਹਨਾਂ ਦੇ ਨਾਲ ਹੀ ਅੱਗੇ ਅੱਗੇ ਤੁਰ ਪੈਣਾ। ਮੇਰੀ ਸੱਸ ਨੇ ਬਥੇਰਾ ਖਿਜਣਾ, ਬਈ ਨੂੰ ਪਿੰਡ ਛੱਡ ਕੇ ਜਾ, ਮੇਰਾ ਪੋਤਾ ਮੇਰੀ ਪੋਤੀਆਂ ਮੇਰੀਆਂ ਅੱਖਾਂ ਮੋਹਰੇ ਰਹਿਣ। ਪਰ ਨਹੀਂ, ਕਾਕਾ ਜੀ ਦੇ ਡੈਡੀ ਭਲਾ ਸਾਡੇ ਬਿਨਾਂ ਕਿਵੇਂ ਰਹਿਣ। ਬਸ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ 'ਚ ਹੀ ਅਸੀਂ ਪਿੰਡ ਆਉਂਦੇ ਹੁੰਦੇ ਸੀ, ਥੋੜੇ ਕੁ ਦਿਨਾਂ ਲਈ। ਉਹ ਤਾਂ ਹੁਣ ਕਿਤੇ 4 ਕੁ ਸਾਲਾਂ ਤੋਂ ਅਸੀਂ ਪਿੰਡ ਰਹਿਣ ਲੱਗੇ ਹਾਂ, ਜਦ ਮੇਰੇ ਸੱਸ ਸਹੁਰਾ ਦੋਵੇਂ ਤੁਰ ਗਏ ਅੱਗੇ ਪਿੱਛੇ। ਫਿਰ ਤਾਂ ਆਉਣਾ ਹੀ ਪੈਣਾ ਸੀ ਨਾ, ਹੋਰ ਕੋਈ ਭਰਾ ਵੀ ਤਾਂ ਨਹੀਂ ਇਹਨਾਂ ਦਾ। ਹੁਣ ਵੀ ਵੇਖ ਲੈ, ਹਰ ਸ਼ਨੀਵਾਰ ਆ ਜਾਂਦੇ ਨੇ ਐਡੀ ਦੂਰ ਦੇ ਸ਼ਹਿਰੋਂ। ਹਰਬੰਸ ਕੌਰ ਮਾਣ ਨਾਲ ਦੱਸਦੀ ਤੇ ਹੱਸਦੀ। ਪਰ ਤੁਹਾਡੇ ਕਾਕਾ ਜੀ ਏਦਾਂ ਦੇ ਕਿਉਂ ਨਹੀਂ ਹੈ? ਉਹ ਤਾਂ ਕਦੀ ਛੁੱਟੀ ਵਾਲੇ ਦਿਨ ਵੀ ਚੱਜ ਨਾਲ ਹਾਲ ਵੀ ਨਹੀਂ ਪੁੱਛਦੇ। ਬਸ ਜਾਂ ਤਾਂ ਕਿਤਾਬਾਂ 'ਚ ਗੁਆਚੇ ਰਹਿੰਦੇ ਨੇ ਜਾਂ TV ਤੇ ਖਬਰਾਂ ਵੇਖਦੇ ਰਹਿੰਦੇ ਨੇ। ਬਲਬੀਰ ਤੋਂ ਹਾਰ ਕੇ ਇੱਕ ਦਿਨ ਕਹਿ ਹੀ ਹੋ ਗਿਆ, ਉਹ ਤਾਂ ਨਿੱਕਾ ਹੁੰਦਾ ਹੀ ਇਹੋ ਜਿਹਾ, ਬਸ ਬਹੁਤ ਹੀ ਘੱਟ ਬੋਲਦਾ। ਤੂੰ ਲਾ ਲਈ ਹੁਣ ਉਸਨੂੰ ਬੋਲਣਾ। ਹਰਬੰਸ ਕੌਰ ਫਿਰ ਖਿੜਖਿੜ ਹੱਸ ਪਈ, ਪਰ ਬਲਬੀਰ ਨੂੰ ਉਸਦਾ ਇਹ ਹਾਸਾ ਬਹੁਤ ਹੀ ਬੇਹੂਦਾ ਲੱਗਿਆ, ਬਿਨਾਂ ਮਤਲਬ ਦਾ ਹਾਸਾ। ਕੀ ਫਾਇਦਾ ਇੰਨੇ ਰੋਮਾਂਸ ਦਾ ਜਦ ਇੱਕ ਰੋਮਾਂਟਿਕ ਮੁੰਡਾ ਹੀ ਨਾ ਜੰਮ ਸਕੇ। ਬਲਬੀਰ ਨੂੰ ਇਹ ਖਿਆਲ ਤਾਂ ਆਇਆ, ਪਰ ਅਗਲੇ ਹੀ ਪਲ ਉਸਨੂੰ ਆਪਣੇ ਇਸ ਖਿਆਲ ਤੇ ਸ਼ਰਮ ਜਿਹੀ ਵੀ ਆ ਗਈ। ਤੂੰ ਲਾ ਲਈ ਹੁਣ ਉਸਨੂੰ ਬੋਲਣਾ। ਬਲਬੀਰ ਨੂੰ ਆਪਣੀ ਸੱਸ ਦੀ ਕਹੀ ਗੱਲ ਯਾਦ ਆ ਜਾਂਦੀ ਤਾਂ ਉਹ ਕਾਕਾ ਜੀ ਦੇ ਅੱਗੇ ਪਿੱਛੇ ਘੁੰਮਣ ਲੱਗ ਪੈਂਦੀ। ਮੈਂ ਕਿਹਾ, ਜੀ ਚਲੋ ਅੱਜ ਸ਼ਹਿਰ ਘੁੰਮ ਫਿਰ ਕੇ ਆਉਂਦੇ ਆ,
ਕੋਈ ਸੋਹਣੀ ਜਿਹੀ ਫਿਲਮ ਵੀ ਵੇਖ ਲਵਾਂਗੇ। ਉਹ ਕਾਕਾ ਜੀ ਦੇ ਮੋਹਰਾਂ ਤੇ ਚੜ ਚੜ ਆਖਦੀ। ਲੈ ਸ਼ਹਿਰ ਚ ਕੀ ਆ, ਧੁੱਪ ਵੇਖ ਬਾਹਰ ਕਿੰਨੀ ਆ। ਇੱਕ ਤਾਂ ਦਿਨ ਮਿਲਦਾ ਐਤਵਾਰ ਦਾ, ਉਹ ਵੀ ਘੁੰਮ ਕੇ ਗੁਆ ਦਿਓ। ਤੇ ਕਾਕਾ ਜੀ ਆ ਕੇ ਬੈੱਡ ਤੇ ਟੇਢਾ ਜਿਹਾ ਹੋ ਜਾਂਦਾ। ਤੇ ਕਦੇ ਜੇ ਜਾਣ ਲਈ ਮਨ ਨਹੀਂ ਜਾਵੇ ਤਾਂ ਬਲਬੀਰ ਚਾਂਬਲ ਚਾਂਬਲ ਕੇ ਪੁੱਛਦੀ, ਦੱਸੋ ਕਿਹੜਾ ਸੂਟ ਪਾਵਾਂ। ਜਿਹੜਾ ਮਰਜ਼ੀ ਪਾ ਲਓ। ਬਲਬੀਰ ਕਈ ਵਾਰ ਵੇਖਦੀ ਜਦ ਉਸਦੀ ਸੱਸ ਉਸਦੇ ਸਹੁਰੇ ਨਾਲ ਕਿਤੇ ਜਾਂਦੀ ਤਾਂ ਉਸਦਾ ਸਹੁਰਾ ਕਈ ਵਾਰ ਉਸਦਾ ਪਾਇਆ ਸੂਟ ਨਾ ਪਸੰਦ ਕਰਦਾ ਤੇ ਉਸਨੂੰ ਬਦਲਣ ਲਈ ਕਹਿੰਦਾ। ਸਿਰ ਤੋਂ ਪੈਰਾਂ ਤੱਕ ਜਿਵੇਂ ਉਸਦਾ ਮੁਆਇਨਾ ਕਰ ਰਿਹਾ ਹੋਵੇ। ਮੁੜ ਮੁੜ ਇਹੀ ਗਰਗਾਬੀ ਨਾ ਪਾਇਆ ਕਰੋ, ਇਸ ਸੂਟ ਨਾਲ ਤਾਂ ਮੈਰੂਨ ਰੰਗ ਦੀ ਸਜੂਗੀ, ਉਹ ਪਾ ਕੇ ਆਓ, ਉਹ ਆਖਦਾ। ਉਸਦੀ ਸੱਸ ਹੱਸਦੀ ਹੱਸਦੀ ਅੰਦਰ ਜਾਂਦੀ ਤੇ ਗੁਰਗਾਬੀ ਬਦਲ ਕੇ ਆਉਂਦੀ। ਤੇ ਇਹ ਕਾਕਾ ਜੀ, ਇਹ ਕਿਸ ਮਿੱਟੀ ਦਾ ਬਣਿਆ ਹੋਇਆ ਹੈ। ਪਿੰਡ ਦੇ ਨਾਲ ਦੇ ਸ਼ਹਿਰ 'ਚ 4 ਸਾਲ ਪੜ੍ਹਿਆ ਆ, BA ਤੱਕ। ਇਸ ਨੂੰ ਕੋਈ ਸ਼ੌਹਰ ਹੀ ਨਹੀਂ, ਕੋਈ ਸ਼ੌਂਕ ਵੀ ਨਹੀਂ। ਤੁਸੀਂ ਵੀ ਕਸਰਤ ਕਰਿਆ ਕਰੋ, ਵੇਖੋ ਡੈਡੀ ਜੀ ਦਾ ਸਰੀਰ ਕਿਵੇਂ ਗਠਿਆ ਪਿਆ। ਬਲਬੀਰ ਆਖਦੀ। ਉਹਨਾਂ ਨੂੰ ਤਾਂ ਬੜਾ ਸ਼ੌਕ ਹੈ ਕਸਰਤ ਕਰਨ ਦਾ, ਕਾਕਾ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ। ਬਲਬੀਰ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿੰਦੀ ਕਹਿੰਦੀ ਰੁਕ ਗਈ। ਹੁਣ ਉਹ ਕਵੇ ਵੀ ਤੱਕੀ ਕਵੇ, ਸਾਰੀਆਂ ਗੱਲਾਂ ਕਿਤੇ ਕਹੀਆਂ ਜਾਂਦੀਆਂ ਨੇ। ਭੁੱਖ ਲੱਗੀ ਤੇ ਫਟਾਫਟ ਰੋਟੀ ਖਾ ਕੇ ਡਕਾਰ ਮਾਰਨਾ ਹੀ ਸਭ ਕੁਝ ਨਹੀਂ ਹੁੰਦਾ। ਭੁੱਖ ਨੂੰ ਮਹਿਸੂਸ ਕਰਨਾ, ਫਿਰ ਰੋਟੀ ਤਿਆਰ ਕਰਨਾ, ਉਸਨੂੰ ਖੂਬਸੂਰਤੀ ਨਾਲ ਥਾਲੀ 'ਚ ਪਰੋਸਣਾ, ਸਜਾਉਣਾ ਤੇ ਪਹਿਲਾਂ ਉਸਨੂੰ ਸਰਾਉਣਾ, ਉਸਦੀ ਖੁਸ਼ਬੂ ਨੂੰ ਮਾਣਨਾ ਤੇ ਫਿਰ ਉਸਨੂੰ ਪਿਆਰ ਨਾਲ ਖਾਣਾ ਤੇ ਫਿਰ ਖਾ ਕੇ ਵੀ ਰੋਟੀ ਦੇ ਸਵਾਦ ਨੂੰ ਮਹਿਸੂਸਣਾ, ਸਲਾਉਣਾ। ਇਹ ਹੁੰਦਾ ਹੈ ਢਿੱਡ ਭਰਨ ਦਾ ਸਹੀ ਤਰੀਕਾ। ਬਲਬੀਰ ਦਾ ਦਿਲ ਕਰਦਾ ਸੀ ਉਹ ਕਾਕਾ ਜੀ ਨੂੰ ਆਖੇ, ਆਪਣੇ ਪਿਓ ਨਾਲ ਉੱਠਿਆ ਬੈਠਿਆ ਕਰ। ਸ਼ਨੀਵਾਰ ਸ਼ਾਮ ਨੂੰ ਉਸ ਨਾਲ ਬੈਠ ਕੇ ਪੈਗ ਲਾਇਆ ਕਰ ਤੇ ਵੇਖਿਆ ਕਰ ਕਿਵੇਂ ਉਹ ਆਪਣੀ ਤੀਵੀਂ ਵੱਲ ਵੇਖ ਵੇਖ ਕੇ ਨਹੀਂ ਰੱਜਦਾ, ਕਿਵੇਂ ਉਹ ਆਪਣੀ ਤੀਵੀਂ ਦੀ ਵੀਣੀ ਫੜ ਲੈਂਦਾ, ਕਿਵੇਂ ਆਲੇ ਦੁਆਲੇ ਤੁਰੇ ਫਿਰਦੇ ਨੌਕਰ ਦੀ ਵੀ ਪਰਵਾਹ ਨਹੀਂ ਕਰਦਾ, ਕਿਵੇਂ ਅੰਦਰੋਂ ਕਮਰਿਆਂ 'ਚ ਆਉਂਦੀਆਂ ਉਸਦੀਆਂ ਜਵਾਨ ਹੋਰੀਆਂ ਧੀਆਂ ਦੀਆਂ ਆਵਾਜ਼ਾਂ ਨੂੰ ਵੀ ਉਸ ਅਣਸੁਣਿਆ ਕਰ ਦਿੰਦਾ। ਸਾਹਮਣੇ ਚੌਂਕੇ 'ਚ ਕੰਮ ਕਰਦੀ ਨੂੰਹ ਦੀ ਵੀ ਪਰਵਾਹ ਨਹੀਂ ਕਰਦਾ। ਇੰਜ ਲੱਗਦਾ ਹੁੰਦਾ ਵੀ ਸਾਹਮਣੇ ਉਸਦੀ ਤੀਵੀਂ ਬੈਠੀ ਰਹੇ, ਹੋਰ ਉਸਨੂੰ ਕੁਝ ਨਹੀਂ ਚਾਹੀਦਾ। ਡੈਡੀ ਜੀ ਰੋਟੀ ਲੈ ਆਵਾਂ। ਬਲਬੀਰ ਕਈ ਵਾਰ ਜਾਣ ਬੁੱਝ ਕੇ ਜਾ ਕੇ ਸਰਦਾਰ ਗੁਰਨਾਮ ਸਿੰਘ ਦੀ ਲਿਵ ਤੋੜ ਦਿੰਦੀ। ਹਾਂ ਹਾਂ ਲਿਆ ਦੇ ਪੁੱਤ, ਨਾਲੇ ਆਪਣੀ ਮੰਮੀ ਜੀ ਲਈ ਵੀ ਲੈ ਆ। ਬਲਬੀਰ 2 ਥਾਲੀਆਂ ਪਰੋਸ ਕੇ ਲਿਜਾ ਕੇ ਮੇਜ਼ ਤੇ ਧਰ ਦਿੰਦੀ ਤੇ ਆ ਕੇ ਮੁੜ ਚੌਂਕੇ 'ਚ ਬੈਠ ਜਾਂਦੀ। ਦੋਵੇਂ ਬੜੇ ਹੀ ਮੋਹ ਨਾਲ ਰੋਟੀ ਖਾਣ ਲੱਗਦੇ। ਕਈ ਵਾਰ ਉਹ ਨੋਟਿਸ ਕਰਦੀ ਦੋਵੇਂ ਇੱਕੋ ਥਾਲੀ ਵਿੱਚੋਂ ਖਾ ਰਹੇ ਹੁੰਦੇ, ਆਰਾਮ ਨਾਲ, ਪਿਆਰ ਨਾਲ, ਚੈਨ ਨਾਲ, ਜਿਵੇਂ ਭਗਤੀ ਕਰ ਰਹੇ ਹੋਣ, ਜਿਵੇਂ ਇੱਕ ਨੂਰ 'ਚ ਵੱਜ ਗਏ ਹੋਣ। ਬਲਬੀਰ ਅੱਖਾਂ ਫਾੜ ਫਾੜ ਵੇਖਣ ਦੀ ਕੋਸ਼ਿਸ਼ ਕਰਦੀ ਪਰ ਵਿਹੜੇ ਦੀ ਫਿੱਕੀ ਪੀਲੀ ਰੋਸ਼ਨੀ 'ਚ ਸਭ ਕੁਝ ਦਿਸਣਾ ਬੰਦ ਹੋ ਜਾਂਦਾ। ਮਈ ਮਹੀਨੇ ਦੀ ਸਿਖਰ ਦੁਪਹਿਰ, ਐਤਵਾਰ ਦੀ ਛੁੱਟੀ, ਜਦ ਸਰਦਾਰ ਗੁਰਨਾਮ ਸਿੰਘ ਤੇ ਉਸਦੀ ਵਹੁਟੀ ਹਰਬੰਸ ਕੌਰ ਤੇ ਦੋਨੋਂ ਬੇਟੀਆਂ ਤੇ ਕਾਕਾ ਜੀ ਹਰਬੰਸ ਕੌਰ ਦੇ ਪੇਕੀ ਜਾਣ ਲਈ ਤਿਆਰ ਸਨ, ਕਿਉਂਕਿ ਹਰਬੰਸ ਕੌਰ ਦਾ ਭਰਾ ਬਹੁਤ ਬਿਮਾਰ ਸੀ। ਖਬਰ ਲੈਣ ਤਾਂ ਜਾਣਾ ਬਣਦਾ ਹੀ ਸੀ। ਗੱਡੀ ਤਿਆਰ ਸੀ, ਬਸ ਘਰ ਬਲਬੀਰ ਨੂੰ ਹੀ ਛੱਡ ਕੇ ਜਾਣਾ ਸੀ, ਕਿਉਂਕਿ ਅੱਜ ਤੱਕ ਘਰ ਦਾ ਨੌਕਰ ਵੀ ਆਪਣੀ ਕਿਸੇ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ ਤੇ ਘਰ ਕੱਲਾ ਕਿਵੇਂ ਛੱਡ ਕੇ ਜਾਇਆ ਜਾਵੇ। ਪਰ ਹੋਇਆ ਇਹ ਕਿ ਤਿਆਰ ਹੁੰਦੇ ਹੁੰਦੇ ਹੀ ਸਰਦਾਰ ਗੁਰਨਾਮ ਸਿੰਘ ਦੀ ਪਿੱਠ 'ਚ ਤੰਜ਼ ਆ ਗਈ। ਉਹ ਐਸਾ ਦੂਰਾ ਹੋਇਆ ਕਿ ਸਿੱਧਾ ਹੋਇਆ ਹੀ ਨਾ ਜਾਵੇ। ਕਿਵੇਂ ਵੀ ਕਰਕੇ ਉਸਨੂੰ ਡਬਲ ਬੈੱਡ ਤੇ ਲੰਮਿਆ ਪਾਇਆ ਗਿਆ। ਆਡੋਮਾਸ ਵੀ ਮਲੀ ਗਈ ਪਰ ਸਰਦਾਰ ਤੋਂ ਤਾਂ ਉੱਠਿਆ ਹੀ ਨਹੀਂ ਸੀ ਜਾ ਰਿਹਾ। ਸਲਾਹ ਹੋਈ ਕਿ ਸਰਦਾਰ ਫੇਰ ਕਿਸੇ ਦਿਨ ਜਾਊਗਾ। ਹੁਣ ਕਾਕਾ ਜੀ, ਮਾਂ ਤੇ ਦੋਨੋਂ ਭੈਣਾਂ ਨੂੰ ਨਾਲ ਲੈ ਕੇ ਜਾਵੇ। ਕਾਕਾ ਜੀ, ਬਲਬੀਰ ਦੀ ਸੱਸ ਤੇ ਦੋਵੇਂ ਨਣਾਨਾਂ ਚਲੇ ਗਏ ਤਾਂ ਘਰ ਜਿਵੇਂ ਇੱਕਦਮ ਸੁੰਨਾ ਹੋ ਗਿਆ। ਡੈਡੀ ਜੀ, ਮੈਂ ਤੁਹਾਨੂੰ ਗਰਮ ਗਰਮ ਦੁੱਧ ਲਿਆ ਦਿਆਂ ਹਲਦੀ ਪਾ ਕੇ? ਬਲਬੀਰ ਨੇ ਆਪਣੇ ਸਹੁਰਾ ਸਾਹਿਬ ਨੂੰ ਪੁੱਛਿਆ। ਚਲੋ ਠੀਕ ਆ, ਸ਼ਾਇਦ ਉਸ ਨਾਲ ਹੀ ਫਰਕ ਪੈ ਜਾਏ, ਸਰਦਾਰ ਨੇ ਜਵਾਬ ਦਿੱਤਾ। ਬਲਬੀਰ ਗਰਮ ਗਰਮ ਦੁੱਧ ਲੈ ਆਈ, ਚੀਨੀ ਤੇ ਹਲਦੀ ਮਿਲਾ ਕੇ। ਦੁੱਧ ਦਾ ਗਲਾਸ ਫੜਾਉਣ ਲੱਗੀ ਤਾਂ ਸਰਦਾਰ ਦੀਆਂ ਉਂਗਲਾਂ ਬਲਬੀਰ ਦੇ ਹੱਥ ਨੂੰ ਛੋਹ ਗਈਆਂ।
ਬਲਬੀਰ ਥੋੜਾ ਸੱਕ ਪਕਾ ਗਈ। ਬੈਠ ਜਾ ਬਲਬੀਰ, ਸਰਦਾਰ ਨੇ ਕਿਹਾ। ਬਲਬੀਰ ਬੈੱਡ ਕੋਲ ਪਏ ਮੂਹਰੇ ਤੇ ਬੈਠ ਗਈ। ਤੂੰ ਉਦਾਸ ਹੀ ਕਿਉਂ ਰਹਿਨੀ ਹੈ ਬਲਬੀਰ? ਤੈਨੂੰ ਇੱਥੇ ਕੋਈ ਤਕਲੀਫ ਹੈ? ਹਰਬੰਸ ਕੌਰ ਤਾਂ ਚੰਗੀ ਰਹਿੰਦੀ ਹੈ ਨਾ ਤੇਰੇ ਨਾਲ, ਹੈ? ਸਰਦਾਰ ਇੰਨੇ ਮੋਹ ਨਾਲ ਪੁੱਛ ਰਿਹਾ ਸੀ ਕਿ ਬਲਬੀਰ ਦਾ ਮਨ ਭਰ ਆਇਆ। ਪਤਾ ਨਹੀਂ ਕਿਵੇਂ ਉਸਨੂੰ ਬਹੁਤ ਹੀ ਰੋਣਾ ਆ ਗਿਆ। ਮੇਰੇ ਮਨ ਦੀ ਉਦਾਸੀ ਇਸ ਬੰਦੇ ਨੇ ਕਿਵੇਂ ਪੜ੍ਹ ਲਈ? ਰੋਣਾ ਨਹੀਂ, ਏਦਾਂ ਦਿਲ ਨਹੀਂ ਛੱਡੀਦਾ। ਸਰਦਾਰ ਦਾ ਹੱਥ ਉਸਦੇ ਮੋਢੇ ਤੇ ਸੀ, ਇੱਕ ਮਜ਼ਬੂਤ ਹੱਥ, ਇੱਕ ਮਰਦ ਦਾ ਹੱਥ। ਉਸਨੂੰ ਹੋਰ ਵੀ ਰੋਣਾ ਆ ਗਿਆ। ਉਸਦਾ ਦਿਲ ਕੀਤਾ ਉਹ ਆਪਣੇ ਮਨ ਦੀ ਅੱਗ ਅੱਜ ਰੋ ਰੋ ਕੇ ਸ਼ਾਂਤ ਕਰ ਲਵੇ। ਲਓ ਜੀ, ਬਹੁਤ ਬਹੁਤ ਵਧਾਈਆਂ। ਮੈਂ ਕਿਹਾ ਦੂਰੀਆਂ ਵਧਾਈਆਂ ਹੋਣ। ਨੂੰਹ ਸੱਸ ਇੱਕੋ ਵੇਲੇ ਖੁਸ਼ਖਬਰੀ ਦੇਣ ਵਾਲੀਆਂ ਬਣੀਆਂ ਨੇ। ਬੰਤੋ ਝੂਰੀ ਹੁੱਬ ਹੁੱਬ ਕੇ ਚੌਂਕੇ ਮੂਹਰੇ ਬੈਠ ਰਹੀ ਸੀ। ਮੈਂ ਕਿਹਾ ਤੈਨੂੰ ਵਧੀਆ ਸੂਟ ਮਿਲੂਗਾ ਚਾਚੀ, ਤੂੰ ਫਿਕਰ ਕਿਉਂ ਕਰਦੀ ਹੈ? ਨੂੰਹ ਸੱਸ ਦੀ ਖੁਸ਼ਖਬਰੀ ਇੱਕੋ ਵੇਲੇ ਵੀ ਆ ਤੇ ਸਾਂਝੀ ਵੀ ਆ। ਐਤਕੀ ਖਿੜਖਿੜ ਕੇ ਹੱਸਣ ਦੀ ਵਾਰੀ ਨੂੰਹ ਦੀ ਸੀ। ਸੱਸ ਤਾਂ ਹੈਰਾਨੀ ਜਿਹੀ ਨਾਲ ਉਸ ਵੱਲ ਵੇਖਦੀ ਹੀ ਰਹਿ ਗਈ। ਧੰਨਵਾਦ। ਆਵਾਜ਼ ਨਹੀਂ ਆ ਰਹੀ। ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਆ ਰਹੀ ਹੈ ਆਵਾਜ਼ ਜੀ, ਆ ਰਹੀ ਹੈ। ਸੋ ਹਾਂਜੀ ਜੀ ਹਾਂਜੀ ਹਾਂਜੀ, ਹੁਣ ਆਈ। ਜੀ ਬਿਲਕੁਲ। ਜਿਸ ਤਰ੍ਹਾਂ ਇੱਥੇ ਕਮੈਂਟ ਵੀ ਕਰ ਰਹੇ ਨੇ, ਕਹਾਣੀ ਦੇ ਵਿੱਚ ਦੀਪਤੀ ਬੂਟਾ ਜੀ ਹੋਏ ਕਹਾਣੀਕਾਰ ਸਾਡੇ, ਤੇ ਹੋਰ ਵੀ ਕਹਾਣੀਕਾਰ ਜੁੜੇ ਨੇ। ਡਾਕਟਰ ਭੁਪਿੰਦਰ ਸਿੰਘ ਬੇਦੀ, ਕਿਉਂਕਿ 3-4 ਪੇਜਾਂ ਤੇ ਸਾਡਾ ਲਾਈਵ ਚੱਲਦਾ। ਰਾਮ ਸਰੂਪ ਅਣਖੀ ਜੀ ਦਾ ਖੁਦ ਦਾ ਇੱਕ ਪੇਜ ਆ, ਜੋ ਜੀ ਡਾਕਟਰ ਜੀ ਕ੍ਰਾਂਤੀਪਾਲ ਜੀ ਵੱਲੋਂ ਤੇ ਮੁਬਾਰਕ ਉਹਨਾਂ ਦਾ ਪੋਤਾ ਗਾ, ਉਹਨਾਂ ਵੱਲੋਂ ਚਲਾਇਆ ਜਾਂਦਾ ਗਾ। ਤੇ ਸਾਡੇ ਸਭਾ ਦੇ ਪੇਜ ਤੇ ਚੱਲ ਰਿਹਾ ਜੀ। ਤੇ ਵੱਖ-ਵੱਖ ਮੈਂ ਕਹਿੰਦਾ ਕਮੈਂਟਾਂ ਦਾ ਢੇਰ ਲੱਗ ਗਿਆ। ਕਹਿ ਰਹੇ ਨੇ ਵੀ 92-95 ਦਾ ਕੁਝ ਦੌਰ ਦੇ ਨੇੜੇ ਤੇੜੇ ਦੀ ਕਹਾਣੀ ਸਾਨੂੰ ਯਾਦ ਆ ਗਈ, ਵੀ ਉਦੋਂ ਰੇਡੀਓ ਤੇ ਇਦਾਂ ਸੁਣਿਆ ਕਰਦੇ ਸੀ। ਤੇ ਜੀ ਜੀ ਬਿਲਕੁਲ ਜੀ, ਥੈਂਕ ਕਿਉਂਕਿ ਹਾਂਜੀ ਹਾਂਜੀ, ਕਿਉਂਕਿ ਮੈਂ ਵੀ ਪੂਰਾ ਜਦੋਂ ਕੈਮਰੇ ਤੋਂ ਪਿੱਛੇ ਹਾਈਡ ਹੋ ਗਿਆ ਸੀ ਤਾਂ ਮੈਂ ਅੱਖਾਂ ਬੰਦ ਕਰਕੇ ਪੂਰਾ ਆਨੰਦ ਮਾਣ ਰਿਹਾ ਸੀ ਕਹਾਣੀ ਦਾ। ਤੇ ਬਹੁਤ ਕਾਬਲੇ ਤਾਰੀਫ ਕਹਾਣੀ ਹੈ। ਤੇ ਜਿੰਨੇ ਵੀ ਸਰੋਤੇ ਪਾਠਕਾਂ ਨੇ ਸਾਡੇ ਨਾਲ ਜੁੜ ਕੇ ਸੁਣਿਆ, ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰ ਦਾਂਗਾ। ਤੇ ਸਾਨੂੰ ਖੁਸ਼ੀ ਦੀ ਗੱਲ ਇਹ ਆ ਵੀ ਐਡੇ ਐਡੇ ਸਮਰੱਥ ਕਹਾਣੀਕਾਰ ਸਾਡੇ ਇਸ ਨੌਜਵਾਨਾਂ ਦੇ ਮੰਚ ਤੇ ਆ ਰਹੇ ਨੇ। ਤੇ ਸਾਨੂੰ ਜਿੱਥੇ ਅਸੀਂ ਐਜ ਏ ਟੀਚਿੰਗ ਉਹਨਾਂ ਤੋਂ ਬਹੁਤ ਕੁਛ ਸਿੱਖ ਵੀ ਰਹੇ ਆ। ਤਾਂ ਉੱਥੇ ਜਿਹੜੀਆਂ ਹਕੀਕਤ ਦੇ ਨੇੜੇ ਕਹਾਣੀਆਂ, ਜਿਵੇਂ ਅੱਜ ਨੂੰਹ ਸੱਸ ਜਿਹੜੀ ਕਹਾਣੀ ਅਸੀਂ ਦਾ ਪਾਠ ਕੀਤਾ ਕੁਲਵੀਰ ਜੀ ਨੇ, ਤਾਂ ਉਹ ਬਹੁਤ ਹਕੀਕਤ ਦੇ ਮੈਨੂੰ ਤਾਂ ਬਹੁਤ ਨੇੜੇ ਜਾਪੀ। ਕਿਉਂਕਿ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਬਹੁਤ ਹੁੰਦੇ ਨੇ ਤੇ ਅਜੇ ਵੀ ਚੱਲ ਰਹੇ ਨੇ। ਕਹਾਣੀ ਅਸਲ ਉਹੀ ਮਨ ਨੂੰ ਤੁਹਾਡੇ ਛੂਹੰਦੀ ਆ ਜਿਹਦੇ ਵਿੱਚ ਹਕੀਕਤ ਹੋਵੇ ਕਿਤੇ ਨਾ ਕਿਤੇ। ਸੋ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਇੰਨਾ ਸੋਹਣਾ ਪਾਠ ਕਰਨ ਲਈ ਤੇ ਕਹਾਣੀ ਦਾ, ਕਿਉਂਕਿ ਤੁਹਾਡਾ ਪੇਸ਼ ਕਰਨ ਦਾ ਢੰਗ ਅੰਦਾਜ਼ ਹਰ ਪਾਤਰ ਦਾ ਉੱਦਾਂ ਦਾ ਸੀ। ਬਹੁਤ ਆਨੰਦ ਮਾਣਿਆ ਜੀ ਅਸੀਂ। ਜੀ, ਮੈਨੂੰ ਵੀ ਬਹੁਤ ਅੱਛਾ ਲੱਗਿਆ। ਦੀਪਤੀ ਬਬੂਟਾ ਜੀ ਤੇ ਡਾਕਟਰ ਭੁਪਿੰਦਰ ਜੀ ਸਾਰੇ ਜੋ ਜੁੜੇ ਨੇ, ਜਿਨ੍ਹਾਂ ਨੇ ਕਹਾਣੀ ਸੁਣੀ, ਮੈਨੂੰ ਬਹੁਤ ਅੱਛਾ ਲੱਗਿਆ ਕਿ ਉਹ ਸੁਣ ਰਹੇ ਸਨ। ਜੀ ਮੈਨੂੰ ਉਮੀਦ ਹੈ ਕਿ ਉਹਨੂੰ ਆਪਣੇ ਵਿਚਾਰ ਵੀ ਦੱਸਣਗੇ ਹੋਰ ਵਿਸਥਾਰ ਨਾਲ ਕਿ ਇਹ ਕਹਾਣੀ ਉਹਨਾਂ ਨੂੰ ਕਿਹੋ ਜਿਹੀ ਲੱਗੀ। ਤੇ ਮੈਂ ਜੀ ਡਾਕਟਰ ਬਿਲਕੁਲ, ਮੈਂ ਇਸ ਕ੍ਰਾਂਤੀਪਾਲ ਜੀ ਦਾ ਤੁਹਾਡਾ ਜੀ ਬਹੁਤ ਜੀ ਬਿਲਕੁਲ ਧੰਨਵਾਦੀ ਇਸ ਹਾਂ। ਪਲੇਟਫਾਰਮ ਦੇ ਮੈਂ ਜਰੀਏ ਦੱਸਣਾ ਚਾਹੁੰਦਾ, ਜੋ ਅਸੀਂ ਕਹਾਣੀਆਂ ਦਾ ਇੱਥੇ ਪਾਠ ਆਪਾਂ ਮਾਤਾ ਭਾਗਵੰਤੀ ਨੂੰ ਸਮਰਪਿਤ ਇਹ ਸਮਾਗਮ ਕਰ ਰਹੇ ਹਾਂ। ਕਿਉਂਕਿ ਕਰੋਨਾ ਕਰਕੇ ਵੈਸੇ ਤਾਂ ਅਸੀਂ ਪ੍ਰੋਗਰਾਮ ਇਹ ਗਰਾਊਂਡ ਲੈਵਲ ਤੇ ਕਰਦੇ ਹਾਂ ਨਾ, ਇੱਕ ਵੱਡੇ ਫੰਕਸ਼ਨ ਦੇ ਰੂਪ ਦੇ ਵਿੱਚ ਕਰਦੇ ਹੁੰਦੇ ਹਾਂ। ਪਰ ਕਰੋਨਾ ਕਾਲ ਕਰਕੇ ਕੁਝ ਗਾਈਡਲਾਈਨ ਨੇ ਸਰਕਾਰ ਦੀਆਂ, ਇਸ ਕਰਕੇ ਸਾਨੂੰ ਈ ਸਮਾਗਮ ਕਰਨੇ ਪੈ ਰਹੇ ਆ ਕੁਛ ਟਾਈਮ ਲਈ।
ਸੋ ਅਸੀਂ ਜੋ ਕਹਾਣੀਆਂ ਦਾ ਪਾਰਟ ਇੱਥੇ ਕਰ ਰਹੇ ਆ, ਉਹਨਾਂ ਦਾ ਜਿਹੜਾ ਬਕਾਇਦਾ ਜਿਹੜੀ ਵੀਡੀਓ ਆ, ਉਹ ਵੱਖ-ਵੱਖ ਸਾਡੇ ਜੀਰੂ ਮੈਂਬਰ ਨੇ ਉਹਨਾਂ ਕੋਲ ਭੇਜਾਂਗੇ। ਬਾਅਦ ਦੇ ਵਿੱਚ ਅਸੀਂ ਇੱਕ ਰਿਵਿਊ ਕੀਤੀ ਵੀਡੀਓ ਵੀ ਪਾਵਾਂਗੇ, ਤੇ ਉਹਨਾਂ ਦਾ ਸਾਡੀ ਕੋਸ਼ਿਸ਼ ਇਹ ਰਹੂਗੀ ਅਖਬਾਰਾਂ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਛਾਪਿਆ ਜਾਵੇ। ਸੋ ਇਹਦੇ ਵਿੱਚੋਂ ਅਸੀਂ ਜਿਹੜਾ ਪੂਰਾ ਨਿਚੋੜ ਆ ਉਹ ਜ਼ਰੂਰ ਕੱਢਾਂਗੇ। ਤੇ ਬਾਕੀ ਗੱਲ ਇਹ ਆ ਵੀ ਕੁਝ ਰੁਝੇਵੇਂ ਹੁੰਦੇ ਆ, ਕਿਉਂਕਿ ਵਰਕਿੰਗ ਡੇ ਹੁੰਦੇ ਆ, ਕੁਝ ਬਾਅਦ ਚ ਜਿਹੜੇ ਕਹਾਣੀਕਾਰ ਜਾਂ ਲੇਖਕ ਨੇ ਇਸ ਮੰਚ ਤੇ ਆਉਂਦੇ ਨੇ, ਤੇ ਉਹ ਬਾਅਦ ਦੇ ਵਿੱਚ ਸੁਣਦੇ ਆ ਪ੍ਰੋਗਰਾਮ ਨੂੰ, ਤੇ ਲਾਈਵ ਵੀ ਸਾਡੇ ਨਾਲ ਬਹੁਤ ਜੁੜਦੇ ਨੇ। ਤੇ ਸੰਦੀਪ ਮਾਨ ਜੀ ਕਹਿ ਰਹੇ ਨੇ ਭੈਣ ਜੀ ਨੇ ਪੇਸ਼ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਸੀ। ਸੋ ਮੈਂ ਸੰਦੀਪ ਮਾਨ ਜੀ ਨੂੰ ਦੱਸਣਾ ਥੈਂਕ ਯੂ। ਚਾਹਣਾ ਵੀ ਕਹਾਣੀ ਸਮਰੱਥ ਕਹਾਣੀਕਾਰ ਦੇ ਨਾਲ ਭੈਣ ਜੀ ਇੱਕ ਅਦਾਕਾਰ ਵੀ ਨੇ, ਕਿਉਂਕਿ ਹਿੰਦੀ ਸੀਰੀਅਲ ਤਾਂ ਦੇਖੋ ਮੈਂ ਤਾਂ ਘੱਟ ਦੇਖਦਾ, ਮੈਨੂੰ ਬਾਅਦ ਚ ਮੈਂ ਇਹਨਾਂ ਦੀ ਵਿਕੀਪੀਡੀਆ ਤੇ ਪ੍ਰੋਫਾਈਲ ਚੈੱਕ ਕੀਤੀ ਸੀ, ਜਿਵੇਂ ਕਿ ਨਾਗਨ ਹੋ ਗਿਆ, ਹੋਰ ਬਹੁਤ ਸਾਰੀ ਇਹਨਾਂ ਦੀ ਲੰਬੀ ਲਿਸਟ ਆ। ਸੋ ਮੈਂ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਪਾਊਂਗਾ, ਤੇ ਜ਼ਰੂਰ ਪੜ੍ਹਿਓ। ਪੰਜਾਬੀ ਫਿਲਮਾਂ ਬਦਲਾ ਜੱਟੀ ਦਾ, ਹੋਰ ਅਨੇਕਾਂ, ਮੈਂ ਕਹਿੰਦਾ 2 ਦਿਨ ਲੱਗ ਜਾਣ ਸੁਣਾਉਂਦਿਆਂ ਨੂੰ, ਇੰਨਾ ਇਹਨਾਂ ਦਾ ਲੰਬਾ ਪ੍ਰੋਫਾਈਲ ਆ, ਤੇ ਸਟਰਗਲ ਵੀ ਆ, ਆਪਾਂ ਕਹਿ ਸਕਦੇ ਮਿਹਨਤ ਆ। ਸੋ ਸੈਲੂਟ ਇਹਨਾਂ ਦੀ ਮਿਹਨਤ ਨੂੰ। ਸੋ ਆਪਾਂ ਜਾਂਦੇ ਜਾਂਦੇ ਭੈਣ ਜੀ, ਕੋਈ ਅਣਖੀ ਸਾਹਿਬ ਜੀ ਨਾਲ ਸੰਬੰਧਿਤ ਤੁਹਾਡੀ ਕੋਈ ਯਾਦ, ਜਾਂ ਕਿੱਦਾਂ ਤੁਹਾਡੇ ਨਾਲ ਉਹਨਾਂ ਦਾ ਮੇਲ ਹੋਇਆ, ਜਾਂ ਤੁਹਾਡੇ ਨਾਲ ਕਿੱਦਾਂ ਗੱਲਬਾਤ ਹੋਈ ਪਹਿਲੀ ਵਾਰ ਆਪਾਂ, ਕਿਉਂਕਿ ਐਡੇ ਵੱਡੇ ਲੇਖ ਨਾਲ ਗੱਲਬਾਤ ਕਰਨੀ ਜਾਂ ਆਪਣੇ ਲਈ ਇੱਕ ਹਨਾ ਈਵੈਂਟ ਹੀ ਹੁੰਦਾ ਗਾ। ਸੋ ਇਹ ਯਾਦ ਜ਼ਰੂਰ ਸਾਂਝੀ ਕਰਕੇ ਜਾਇਓ ਸਾਡੇ ਨਾਲ ਜੀ। ਮੈਂ ਉਹਨਾਂ ਨੂੰ ਕਦੀ ਮਿਲੀ ਤਾਂ ਨਹੀਂ ਸੀ, ਲੇਕਿਨ ਜੀ ਮੈਨੂੰ ਹੁਣ ਯਾਦ ਨਹੀਂ, ਸ਼ਾਇਦ ਉਹਨਾਂ ਨੇ ਕਿਤੇ ਮੇਰੇ ਕੁਛ, ਜਾਂ ਤਾਂ ਮੈਂ ਹੀ ਅਪਰੋਚ ਕੀਤਾ ਹੋਣਾ ਕਿ ਮੈਂ ਕਹਾਣੀ ਪੰਜਾਬ ਵਿੱਚ ਛਪਣਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਆਪਣੀ ਕਹਾਣੀ ਭੇਜੀ, ਔਰ ਫਿਰ ਮੈਂ ਆਪਣਾ ਫੋਨ ਨੰਬਰ ਉਹਦੇ ਤੇ ਲਿਖਿਆ, ਤਾਂ ਉਹਨਾਂ ਨੇ ਫੋਨ ਕਰਕੇ ਮੈਨੂੰ ਕਿਹਾ ਕਿ ਬੀਬਾ ਤੂੰ ਬਹੁਤ ਸੋਹਣੀ ਕਹਾਣੀ ਲਿਖੀ ਹੈ, ਬਹੁਤ ਅੱਛੀ ਲਿਖੀ ਹੈ, ਮੈਂ ਇਹ ਕਹਾਣੀ ਪੰਜਾਬ ਵਿੱਚ ਛਾਪ ਰਿਹਾ ਤੇਰੀ ਕਹਾਣੀ, ਹਾਂ ਹੋਰ ਕੀ ਲਿਖਿਆ। ਇਸ ਤਰ੍ਹਾਂ ਉਹਨਾਂ ਨੇ ਬਹੁਤ ਅੱਛੇ, ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਐਡਾ ਵੱਡਾ ਰਾਈਟਰ ਮੈਂ ਫੋਨ ਤੇ ਮੇਰੇ ਨਾਲ ਗੱਲ ਕਰ ਰਿਹਾ। ਤੇ ਫਿਰ ਉਹਨਾਂ ਨੇ ਮੇਰੀ ਕਹਾਣੀ ਛਾਪੀ, ਔਰ ਉਸ ਤੋਂ ਬਾਅਦ ਵੀ ਫਿਰ ਉਹਨਾਂ ਨੇ ਇੱਕ ਕਹਾਣੀ ਸੰਗ੍ਰਹਿ ਛਾਪਿਆ ਸੀ, ਕੱਤਣੀ ਫੁੰਕਾਰੇ, ਨੂੰ ਕਿਹਾ ਕਿ ਆਪਣੀ ਕੋਈ ਕਹਾਣੀ ਭੇਜ, ਬਹੁਤ ਪਸੰਦ ਹੋਵੇ। ਇਹ ਵੀ ਉਹਨਾਂ ਨੇ ਆਪ ਕਿਹਾ ਸੀ, ਤੇ ਮੈਨੂੰ ਇਹ ਬਹੁਤ ਹੀ ਚੰਗਾ ਲੱਗਦਾ ਸੀ ਕਿ ਉਹ ਫੋਨ ਕਰਕੇ ਆਪ ਗੱਲ ਕਰਦੇ ਨੇ। ਤੇ ਮੈਂ ਫਿਰ ਉਹ ਕਹਾਣੀ ਭੇਜੀ ਸੀ, ਸ਼ਾਇਦ ਹੋਇਆ ਜਿਉੜਾ ਉਦਾਸ ਮੇਰੀ ਕਹਾਣੀ ਸੀ, ਜੋ ਕਿ ਉਸ ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕੀਤੀ ਉਹਨਾਂ ਨੇ। ਤੇ ਇਸ ਤਰ੍ਹਾਂ ਜਦ ਬਹੁਤ ਹੀ ਉਹ ਮੈਨੂੰ ਪ੍ਰੋਤਸਾਹਿਤ ਕਰਦੇ ਸਨ। ਫਿਰ ਉਹ ਮੈਂ ਆਪਣੇ ਕਹਾਣੀ ਸੰਗ੍ਰਹਿ ਕਦੋਂ ਆਏਗੀ, ਮੇਰਾ ਜਦੋਂ ਛਪਣ ਲੱਗਾ ਉਸ ਦੇ ਮੁੱਖ ਬੰਦ ਲਈ ਵੀ ਮੈਂ ਉਹਨਾਂ ਨੂੰ ਅਪਰੋਚ ਕੀਤਾ ਕਿ ਤੁਸੀਂ ਲਿਖੋਗੇ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਕਹਿੰਦੇ ਮੈਂ ਜ਼ਰੂਰ ਲਿਖਾਂਗਾ। ਫਿਰ ਉਹਨਾਂ ਨੇ ਲਿਖ ਕੇ ਮੈਨੂੰ ਉਹ ਭੇਜਿਆ, ਔਰ ਉਹ ਬਹੁਤ ਅੱਛਾ ਲਿਖਿਆ ਉਹਨਾਂ ਨੇ। ਉਹ ਮੈਂ ਕਈ ਵਾਰੀ ਨਾ ਬਾਰ-ਬਾਰ ਪੜ੍ਹਦੀ ਰਹਿੰਦੀ ਹਾਂ ਕਿ ਇਹ ਰਾਮ ਸਰੂਪ ਅਣਖੀ ਜੀ ਨੇ ਮੇਰੇ ਬਾਰੇ, ਮੇਰੀਆਂ ਕਹਾਣੀਆਂ ਬਾਰੇ ਲਿਖਿਆ ਹੋਇਆ। ਸੋ ਜਿਹੜੀ ਮੇਰੀ ਨਵੀਂ ਕਿਤਾਬ ਆ ਰਹੀ, ਉਸ ਵਿੱਚ ਵੀ ਮੈਂ ਉਹ ਲਾਈਨਾਂ ਥੋੜ੍ਹੀਆਂ ਜਿਹੀਆਂ ਉਹਦੇ ਵਿੱਚੋਂ ਕੱਢ ਕੇ ਉਹਦੇ ਜਿਹੜੇ ਆ ਪੇਪਰ ਬੈਕ ਪਿੱਛੇ ਛਾਪ ਰਹੀ ਹਾਂ, ਕਿਉਂਕਿ ਇਹ ਲਾਈਨਾਂ ਜਿਹੜੀਆਂ ਉਹਨਾਂ ਨੇ ਮੇਰੇ ਲਈ ਕਹੀਆਂ, ਇਹ ਹਮੇਸ਼ਾ ਜਦ ਤੱਕ ਮੈਂ ਜਿਉਂਦੀ ਹਾਂ ਮੇਰੇ ਨਾਲ ਹੀ ਚੱਲਣਗੀਆਂ। ਸੋ ਇਹੋ ਜਿਹੀਆਂ ਵਧੀਆ ਯਾਦਾਂ ਮੇਰੀਆਂ ਰਾਮ ਸਰੂਪ ਅਣਖੀ ਜੀ ਨਾਲ ਜੁੜੀਆਂ ਹੋਈਆਂ ਨੇ। ਤੇ ਡਾਕਟਰ ਕ੍ਰਾਂਤੀਪਾਲ ਜੀ ਵੀ ਬਹੁਤ ਹੀ ਵਧੀਆ ਇਨਸਾਨ ਨੇ। ਉਹਨਾਂ ਦੀ ਸ਼ਿੱਦਤ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਕਹਾਣੀ ਪੰਜਾਬ ਪੜ੍ਹ ਕੇ, ਜਿਵੇਂ ਉਹ ਵਿਸ਼ੇਸ਼ ਅੰਕ ਕੱਢਦੇ ਨੇ ਇੰਨੇ ਵਧੀਆ। ਔਰ ਮੈਨੂੰ ਇੰਨਾ ਸਮਾਂ ਨਹੀਂ ਸੀ ਮਿਲਦਾ ਕਿ ਮੈਂ ਕਹਾਣੀਆਂ ਭੇਜਾਂ, ਪਰ ਫਿਰ ਵੀ ਮੈਂ ਜਦੋਂ ਡਾਕਟਰ ਕ੍ਰਾਂਤੀਪਾਲ ਜੀ ਇਸ ਮੈਗਜ਼ੀਨ ਨੂੰ ਚਲਾਉਣ ਲੱਗੇ, ਉਦੋਂ ਵੀ ਮੈਂ ਆਪਣੀ ਇੱਕ ਕਹਾਣੀ ਭੇਜੀ ਸੀ ਭੈਣ ਜੀ, ਔਰ ਇੱਕ ਭੇਜੀ ਸੀ ਫੇਰ, ਜੋ ਕਿ ਉਹਨਾਂ ਨੇ ਬੜੇ ਪਿਆਰ ਨਾਲ ਛਾਪੀ। ਸੋ ਇਹ ਮੇਰੀਆਂ ਯਾਦਾਂ ਨੇ ਜੋ ਕਹਾਣੀ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਤੇ ਰਾਮ ਸਰੂਪ ਅਣਖੀ ਜੀ ਨਾਲ ਜੁੜੀਆਂ ਹੋਈਆਂ ਨੇ। ਜੀ ਬਹੁਤ ਬਹੁਤ ਖੂਬਸੂਰਤ ਆਪਾਂ ਯਾਦ ਕਹਿ ਸਕਦੇ ਹਾਂ, ਕਿਉਂਕਿ ਇਹ ਹਮੇਸ਼ਾ ਆਪਾਂ ਕਹਿ ਲਈਏ ਬਹੁਤ ਵੱਡੀ ਖੂਬੀ ਸੀ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਇਹ ਵੀ ਸੱਚਾਈ ਹੈ ਭੈਣ ਜੀ ਕਿ ਇੱਥੇ ਜਿਹੜੇ ਵੱਡੇ ਵੱਡੇ ਲੇਖਕ ਆ ਉਹ ਨਹੀਂ ਚਾਹੁੰਦੇ ਵੀ ਨਵੀਂ ਪੀੜ੍ਹੀ ਹੈ ਜਾਂ ਉਹ ਆਵੇ ਇਸ ਖੇਤਰ ਦੇ ਵਿੱਚ। ਕਿਤੇ ਨਾ ਕਿਤੇ ਆਪਾਂ ਕਹਿ ਲਈਏ ਪੰਜਾਬੀ ਦੇ ਵਿੱਚ ਲੱਤਾਂ ਖਿੱਚਣ ਵਾਲੀ ਗੱਲ ਹੋ ਜਾਂਦੀ ਹੈ ਨਾ। ਪਰ ਅਣਖੀ ਸਾਹਿਬ 'ਚ ਇਹ ਬੜੀ ਖੂਬੀ ਸੀ ਵੀ ਉਹ ਖੁਦ ਅਖਬਾਰ ਦੇ ਵਿੱਚ ਜੇ ਨਵੇਂ ਕਹਾਣੀਕਾਰ ਦੀ ਕੋਈ ਕਹਾਣੀ ਛਪਦੀ ਜਾਂ ਉਹ ਕਿਤੇ ਪੜ੍ਹਦੇ ਨਵੇਂ ਕਹਾਣੀਕਾਰ ਨੂੰ, ਤਾਂ ਉਹ ਬਕਾਇਦਾ ਫੋਨ ਕਰਦੇ, ਚਾਹੇ ਉਹ ਕਿੰਨੇ ਹੀ ਰੁਝੇਵੇਂ ਹੁੰਦੇ ਉਹਨਾਂ ਕੋਲ, ਉਹਨਾਂ ਨੇ ਬੜਾ ਉਤਸ਼ਾਹਿਤ ਕਰਨਾ, ਜਿਹਦੇ ਆ ਬਹੁਤ ਹੀ ਆਪਾਂ ਕਹਿ ਲਈਏ ਵੀ ਇਹੋ ਜਿਹੀਆਂ ਗੱਲਾਂ ਮਿਲ ਜਾਣਗੀਆਂ ਆਪਾਂ ਨੂੰ ਸਾਹਿਤਕ ਖੇਤਰ ਦੇ ਵਿੱਚ ਜਿਹੜੀਆਂ ਉਹਨਾਂ ਨਾਲ ਸੰਬੰਧਿਤ ਨੇ। ਸੋ ਅਸੀਂ ਵੀ ਮੈਂ ਉਮੀਦ ਕਰੂੰਗਾ ਵੀ ਤੁਸੀਂ ਮੈਨੂੰ ਉਹ ਅਣਖੀ ਸਾਹਿਬ ਦਾ ਜੋ ਪੇਪਰ ਬੈਕ ਤੇ ਛਪਿਆ ਹੋਣਾ ਤੁਹਾਡੇ, ਉਹ ਮੈਨੂੰ ਜ਼ਰੂਰ ਵਟਸਐਪ ਕਰਿਓ, ਤੇ ਮੈਂ ਆਪਣੇ ਪਾਠਕਾਂ ਨਾਲ ਸਰੋਤਿਆਂ ਨਾਲ ਵੀ ਸਾਂਝਾ ਕਰਾਂਗਾ।
ਤੇ ਬਾਕੀ ਮੈਂ ਪ੍ਰੋਮਿਸ ਕਰਦਾ ਵੀ ਆਪਾਂ ਜਦੋਂ ਹੁਣ ਕੋਵਿਡ ਖਤਮ ਹੁੰਦਾ ਜਾਂ ਸਰਕਾਰ ਵੱਲੋਂ ਕੋਈ ਸਾਨੂੰ ਰਾਇਤ ਮਿਲਦੀ ਆ ਤਾਂ ਅਸੀਂ ਇੱਕ ਸਮਾਗਮ ਕਰਾਂਗੇ ਤੁਹਾਡੀ ਪ੍ਰਧਾਨਗੀ ਦੇ ਵਿੱਚ। ਤਾਂ ਆਪਾਂ ਇਹ ਪਰਿਵਾਰ ਨੂੰ ਹੋਰ ਵਧਾਈਏ ਤਾਂ ਜੋ ਆਪਾਂ ਯਾਦ ਕਰਦੇ ਰਹੀਏ ਆਪਦੇ ਵਡੇਰੇ ਲੇਖਕਾਂ ਨੂੰ। ਜੀ ਭੈਣ ਜੀ। ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਮਾਣ ਦੇ ਰਹੇ ਹੋ। ਮੈਨੂੰ ਤਾਂ ਹਮੇਸ਼ਾ ਹੀ ਕਹਾਣੀ ਪੰਜਾਬ ਨੇ ਮਾਣ ਦਿੱਤਾ ਹੈ, ਰਾਮ ਸਰੂਪ ਅਣਖੀ ਜੀ ਨੇ ਮਾਣ ਦਿੱਤਾ ਹੈ, ਡਾਕਟਰ ਕ੍ਰਾਂਤੀਪਾਲ ਜੀ ਨੇ ਮਾਣ ਦਿੱਤਾ ਹੈ, ਅੱਜ ਤੁਸੀਂ ਵੀ ਦੇ ਰਹੇ ਹੋ। ਇਹ ਕਹਿ ਕੇ ਕਿ ਤੁਸੀਂ ਮੈਨੂੰ ਸਮਾਗਮ ਤੇ ਬੁਲਾਉਣਾ ਚਾਹੋਗੇ ਤਾਂ ਮੈਂ ਉਮੀਦ ਕਰਦੀ ਹਾਂ, ਮੈਨੂੰ ਬੜੀ ਖੁਸ਼ੀ ਹੋਏਗੀ ਆ ਕੇ। ਮੈਂ ਜ਼ਰੂਰ ਉਹ ਦਿਨ, ਜਦੋਂ ਉਹ ਜਿਹੜਾ ਮਿਥਿਆ ਦਿਨ ਹੋਏਗਾ ਉਹਨੂੰ ਬਲੌਕ ਕਰ ਲਵਾਂਗੀ, ਉਸ ਦਿਨ ਹੋਰ ਕੋਈ ਕੰਮ ਨਹੀਂ ਕਰਾਂਗੀ ਤੇ ਆ ਕੇ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਮੈਂ ਉਹ ਸਮਾਗਮ ਅਟੈਂਡ ਕਰਾਂ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਖਰ ਦੇ ਵਿੱਚ, ਕਿਉਂਕਿ ਮੁੰਬਈ ਦੇ ਲੋਕਾਂ ਕੋਲੇ ਬਹੁਤ ਰੁਝੇਵੇਂ ਹੁੰਦੇ ਆ। ਜਦੋਂ ਬੰਦਾ ਅਦਾਕਾਰ ਹੋਵੇ ਫਿਰ ਤਾਂ ਸਮਾਂ ਬਿਲਕੁਲ ਨਹੀਂ ਹੁੰਦਾ। ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਇੰਨਾ ਕੀਮਤੀ ਸਮਾਂ ਕੱਢਿਆ। ਮੈਂ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਓਕੇ, ਸਤਿ ਸ਼੍ਰੀ ਤੇ ਅਕਾਲ। ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਸੇਜ ਭੇਜੇ ਔਰ ਮੇਰੀ ਕਹਾਣੀ ਸੁਣੀ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਕੁਲਵੀਰ ਬਡੇਸਰੋ ਜੀ, ਕਹਾਣੀਕਾਰ, ਜੋ ਅਦਾਕਾਰ ਵੀ ਨੇ, ਮੁੰਬਈ ਰਹਿ ਰਹੇ ਨੇ ਅੱਜ ਕੱਲ੍ਹ, ਤੇ ਲੰਬੀ ਚੌੜੀ ਇਹਨਾਂ ਦੀ ਜਿਹੜੀ ਆਪਾਂ ਬਾਇਓ ਹੈ ਜਿਹੜੀ ਫਿਲਮਾਂ ਦੇ ਵਿੱਚ ਕੰਮ ਕਰਨ ਦੀ। ਸੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਜਿਹੜਾ ਇਹ ਸਾਡਾ ਲੜੀ ਨੰਬਰ 3 ਬਹੁਤ ਪਸੰਦ ਆਇਆ ਹੋਵੇਗਾ। ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਆ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਇਸ ਉਪਰਾਲੇ ਸੰਬੰਧੀ, ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ, ਤਾਂ ਜੋ ਅਸੀਂ ਜਿਹੜੀ ਸਾਡੀ ਕੋਈ ਕਮੀ ਆ ਅਸੀਂ ਉਹਨੂੰ ਦੂਰ ਕਰ ਸਕੀਏ। ਜੇ ਤੁਹਾਡਾ ਕੋਈ ਪਸੰਦੀਦਾ ਕਹਾਣੀਕਾਰ ਆ ਜਾਂ ਚਾਹੁੰਦੇ ਹੋ ਵੀ ਇਸ ਜਿਹੜੇ ਕਹਾਣੀਕਾਰ ਨੂੰ ਜਾਂ ਨਾਵਲਕਾਰ ਨੂੰ ਇਸ ਮੰਚ ਤੇ ਆਉਣਾ ਚਾਹੀਦਾ ਗਾ, ਅਸੀਂ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਅਸੀਂ ਲੈ ਕੇ ਆਵਾਂਗੇ। ਜਿੰਨੀ ਕਿ ਸਾਡੀ ਸਮਰੱਥਾ ਅਸੀਂ ਉਸ ਹਿਸਾਬ ਨਾਲ ਆਪਦੀਆਂ ਪੈੜਾਂ ਪੱਟ ਰਹੇ ਹਾਂ। ਬਸ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਦਿੰਦੇ ਹੋ, ਸਾਡੇ ਮੋਢੇ ਤੇ ਹੱਥ ਰੱਖਦੇ ਹੋ। ਇਸੇ ਹੱਲਾਸ਼ੇਰੀ ਦੇ ਵਿੱਚ ਅਸੀਂ, ਆਪਾਂ ਕਹਿ ਲਈਏ ਜਿਵੇਂ ਪੰਜਾਬੀ ਦੇ ਵਿੱਚ, ਅਸੀਂ ਉੱਡੇ ਫਿਰਦੇ ਹਾਂ ਤੇ ਸਮਾਗਮ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਿਣੇ ਆ। ਸੋ ਅੱਜ ਦੇ ਮੁੱਖ ਮਹਿਮਾਨ ਸਨ ਕਹਾਣੀਕਾਰ ਕੁਲਵੀਰ ਬਡੇਸਰੋ ਜੀ। ਸੋ ਬਹੁਤ ਬਹੁਤ ਧੰਨਵਾਦ ਮੈਡਮ ਦਾ ਜੋ ਸਾਡੇ ਨਾਲ ਅੱਜ ਜੁੜੇ, ਤੇ ਮੈਂ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਿਆ। ਤੇ 8 ਤਰੀਕ ਨੂੰ ਮੈਂ ਫੇਰ ਇੱਕ ਨਵੇਂ ਕਹਾਣੀਕਾਰ ਦੇ ਨਾਲ ਇਸ ਮੰਚ ਤੇ ਸ਼ਾਮਲ ਹੋਵਾਂਗਾ, ਜਿਹਦੀ ਜਾਣਕਾਰੀ ਮੈਂ ਆਪਣੇ ਪੇਜ ਤੇ ਦੇ ਦੇਵਾਂਗਾ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।